दास अर्जन गुरु बर श्री हर गोबिंद हरि राय हर कृष्ण गुर तेग बहादुर चंद दसवें गोबिंद सिंह गुरु नमो चरण अरविंद जिसमें अमृत ज्ञान है मानक भगत वैराग गुरु ग्रंथ साहिब उदद बंदों कार्य अनुराग जजन भजन मम खालसा खालसा पूज बिजोग दास गोबिंद फतेह खालसा दरस परस मिटे सोग आत्म रस जो जान ही सो है खालस देव प्रभ मैं मोह मैं तास मैं रंचक नाहिन पेव मूक उचरै शास्त्र खट पिंग गिरन चढ़ जा आंध लखै बदरो सुनै जो काल कृपा कहाँ बुद्ध प्रभ तुच्छ हमारी बरन सकै महिमा जोते हम ना सकत कर सिफत तुम्हारी आप लिहो तुम हम ना सकत कर सिफत तुम्हारी आप लिहो तुम कथा सुधारी। सतनाम श्री वाहिगुरु साहिब जी दोहरा पूर्णमा वैसाख की जब दिन आयो सोए मंगल करे अनेक विद हरखत पे सब कोए। वाहिगुरु जी का खालसा वाहिगुरु जी की फतेह। परम सन्मान जो गुरु की साजी नवाजी हुई गुरु रूप गुरु खालसा साध संगत जी आप जी अत्यंत वਡਭਾਗੇ हो। सतगुरु महाराज ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਗੋਦ ਦਾ ਆਨੰਦ ਮਾਣ ਰਹੇ ਹੋ ਔਰ ਆਪਣੇ ਮਨੁੱਖਾ ਜੀਵਨ ਦੀਆਂ ਕੀਮਤੀ ਘੜੀਆਂ ਗੁਰੂ ਲੇਖੇ ਲਾ ਕੇ ਸਫਲੀਆਂ ਕਰ ਰਹੇ ਹੋ। ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਜੋ ਮਹਾਕਵੀ ਕਵਿਰਾਜ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵਰਣਨ ਕੀਤਾ ਹੈ ਬੜੇ ਪਿਆਰ ਸਹਿਤ ਸਰਵਣ ਕਰ ਰਹੇ ਹੋ। ਆਓ ਮਨ ਬਿਰਤੀਆਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਚਰਨਾਂ 'ਚ ਜੋੜੀਏ। ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਦਸਵੇਂ ਪਾਤਸ਼ਾਹ ਮਹਾਰਾਜ ਨੇ ਐਸੀ ਫਿਲਾਸਫੀ ਸੰਸਾਰ ਨੂੰ ਦਿੱਤੀ ਹੈ ਜਿਹਦਾ ਸੰਸਾਰ 'ਚ ਕੋਈ ਸ਼ਾਨੀ ਨਹੀਂ ਹੈ। ਭੁੱਲੀ ਭਟਕੀ ਹੋਈ ਜਨਤਾ ਅਨੇਕਾਂ ਪ੍ਰਕਾਰ ਦੇ ਦੇਵੀ ਦੇਵਤਿਆਂ ਦੇ ਚੱਕਰਾਂ 'ਚ ਪੈ ਕੇ ਮੜੀਆਂ ਮਸਾਣਾਂ ਦੀ ਪੂਜਾ ਕਰਕੇ ਔਰ ਸਾਧ ਸੰਗਤ ਜੀ ਆਪਸ ਵਿੱਚ ਲੜ ਭਿੜ ਕੇ ਆਪਣੀ ਸ਼ਕਤੀ ਨੂੰ ਬਰਬਾਦ ਕਰ ਰਹੀ ਸੀ। ਭਾਰਤ ਵਰਸ਼ ਦਾ ਉਹ ਪੁਰਾਤਨ ਫਿਲਾਸਫੀ ਵਿਚਾਰਧਾਰਾ ਦਰਸ਼ਨ ਉਹ ਸਾਧ ਸੰਗਤ ਜੀ ਇਹਨਾਂ ਲੋਕਾਂ ਨੇ ਆਪਣੀਆਂ ਕਮਜ਼ੋਰੀਆਂ ਕਰਕੇ ਔਰ ਮੁਗਲਾਂ ਦੇ ਜ਼ਾਲਮਾਂ ਦੇ ਜ਼ੁਲਮ ਕਰਕੇ ਬਹੁਤ ਜ਼ਿਆਦਾ ਉਸ ਦੀ ਬੇਅਦਬੀ ਕੀਤੀ। ਸਤਿਗੁਰੂ ਦਸਵੇਂ ਪਾਤਸ਼ਾਹ ਜੀ ਨੇ ਉਸ ਪਾਵਨ ਪਵਿੱਤਰ ਫਿਲਾਸਫੀ ਨੂੰ ਜਿੰਦਾ ਰੱਖਣ ਵਾਸਤੇ ਜੋ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਦੇ ਵਿੱਚ ਬ੍ਰਹਮ ਗਿਆਨ ਦਾ ਸੋਮਾ ਗੁਰਬਾਣੀ ਭੇਜੀ ਹੈ ਉਸ ਨੂੰ ਕਾਇਮ ਰੱਖਣ ਵਾਸਤੇ ਇਹ ਸੱਚੇ ਪਾਤਸ਼ਾਹ ਨੇ ਸਵਾਂਗ ਆਰੰਭਿਆ ਹੈ ਗੁਰ ਸਿਮਰ ਮਨਾਈ ਕਾਲਕਾ। ਕਿਉਂਕਿ ਜਿਹੋ ਜੀ ਸ਼ਕਤੀ ਦੀ ਜਦੋਂ ਲੋੜ ਪੈਂਦੀ ਉਹੋ ਜੀ ਪ੍ਰਗਟ ਕਰਨੀ ਪੈਂਦੀ ਹੈ। ਜੇ ਗਰਮੀ ਹੋਵੇ ਤੇ ਠੰਡੇ ਕੱਪੜੇ ਔਰ ਕੂਲਰ ਅਤੇ ਪੱਖਿਆਂ ਦੀ ਲੋੜ ਪੈਂਦੀ ਹੈ ਉਦੋਂ ਉਹਦਾ ਬੰਦੋਬਸਤ ਕਰੀਦਾ ਹੈ। ਸਰਦੀ ਹੋਵੇ ਤੇ ਗਰਮ ਕੋਟ ਔਰ ਸਾਧ ਸੰਗਤ ਜੀ ਹੀਟਰ ਵਗੈਰਾ ਦੀ ਲੋੜ ਪੈਂਦੀ ਹੈ ਉਦੋਂ ਉਹਦਾ ਬੰਦੋਬਸਤ ਕਰੀਦਾ ਹੈ। ਰਜਾਈਆਂ ਖੇਸ ਤੇ ਕੰਬਲ ਚਾਹੀਦੇ ਹੁੰਦੇ ਨੇ। ਸਮੇਂ ਅਨੁਸਾਰ ਪਰਮੇਸ਼ਰ ਦੀ ਸ਼ਕਤੀ ਦੇ ਅਨੇਕ ਰੂਪ ਹਨ। ਜੈਸੀ ਸ਼ਕਤੀ ਦੀ ਲੋੜ ਪਵੇ ਉਹਦਾ ਮਹਾਂਪੁਰਸ਼ ਆਵਾਹਨ ਕਰ ਲੈਂਦੇ ਹਨ। ਜਿਨ੍ਹਾਂ ਨੇ ਕਾਵਿਆਂ ਦੀ ਰਚਨਾ ਕਰਨੀ ਹੁੰਦੀ ਹੈ ਗ੍ਰੰਥਾਂ ਦੀ ਰਚਨਾ ਕਰਨੀ ਹੁੰਦੀ ਹੈ ਉਹ ਅਕਾਲ ਪੁਰਖ ਦੀ ਉਸ ਸ਼ਕਤੀ ਨੂੰ ਸੁਰਸਤੀ ਰੂਪ ਦੇ ਵਿੱਚ ਆਰਾਧਦੇ ਨੇ ਅਤੇ ਉਸ ਵਿੱਦਿਆ ਦੀ ਬਾਣੀ ਦੀ ਸ਼ਕਤੀ ਨੂੰ ਆਰਾਧ ਕੇ ਬੜੇ ਬੜੇ ਮਹਾਨ ਗ੍ਰੰਥਾਂ ਦੀ ਰਚਨਾ ਕਰਦੇ ਨੇ। ਜਦੋਂ ਸੰਸਾਰ ਦੇ ਵਿੱਚ ਮਾਇਆ ਦੀ ਧਨ ਪਦਾਰਥਾਂ ਦੀ ਰੋਟੀ ਕੱਪੜੇ ਮਕਾਨ ਦੀ ਲੋੜ ਹੋਵੇ ਤਾਂ ਉਸ ਅਕਾਲ ਪੁਰਖ ਦੀ ਲక్ష్ਮੀ ਰੂਪ ਨੂੰ ਜੋ ਸ਼ਕਤੀ ਹੈ ਤਾਂ ਇੱਕੋ ਹੀ ਹੈ ਪਰ ਜੈਸਾ ਜੈਸਾ ਕਾਰਿਆ ਹੈ ਵੈਸਾ ਵੈਸਾ ਉਹਦਾ ਰੂਪ ਵੀ ਹੈ। ਉਸ ਰੂਪ ਵਿੱਚ ਆਰਾਧਨਾ ਕੀਤੀ ਜਾਂਦੀ ਹੈ ਪਰ ਹੈ ਉਹ ਭਗਉਤੀ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਜਦੋਂ ਯੁੱਧ ਦਾ ਸਮਾਂ ਸੀ
ਤਾਂ ਉਸ ਵੇਲੇ ਕਾਲਕਾ, ਚੰਡੀ, ਸ਼ਕਤੀ, ਭਵਾਨੀ, ਉਹ ਜਿਹੜੀ ਮੌਤ ਦੀ ਦੇਵੀ ਹੈ, ਯੁੱਧ ਦੀ ਦੇਵੀ ਹੈ, ਜੋ ਯੁੱਧ ਰੂਪੀ ਹੈ, ਸ਼ਕਤੀ ਰੂਪੀ ਹੈ, ਉਸ ਨੂੰ ਮਹਾਰਾਜ ਪ੍ਰਗਟ ਕਰਨ ਲੱਗੇ ਹਨ। ਇਹ ਕਿਸੇ ਬਹੁ ਦੇਵਵਾਦ ਦਾ ਪ੍ਰਸੰਗ ਨਹੀਂ ਚੱਲ ਰਿਹਾ, ਇੱਕ ਦੀ ਗੱਲ ਹੋ ਰਹੀ ਹੈ ਸਾਧ ਸੰਗਤ ਜੀ। ਉਹ ਅਕਾਲ ਪੁਰਖ ਦੀ ਸ਼ਕਤੀ, ਨਿਰੰਕਾਰ ਦੀ ਸ਼ਕਤੀ ਹੈ, ਪਰਮੇਸ਼ਰ ਦੀ ਸ਼ਕਤੀ ਹੈ। ਜਿੰਨਾ ਚਿਰ ਕੋਈ ਅੰਤਰਮੁਖੀ ਹੋ ਕੇ ਉਸ ਅਕਾਲ ਪੁਰਖ ਨਾਲ ਸੁਰਤ ਨਹੀਂ ਜੋੜਦਾ, ਉਹਨਾਂ ਚਿਰ ਉਹਦੇ ਅਨੁਭਵ ਦੇ ਵਿੱਚ ਇਹ ਪ੍ਰਸੰਗ ਨਹੀਂ ਆ ਸਕਦੇ। ਸਾਡੇ ਪੰਥ ਦੇ 18ਵੀਂ ਸਦੀ ਦੇ ਵਿਦਵਾਨਾਂ ਤੋਂ ਬਾਅਦ ਇਹ 19ਵੀਂ ਸਦੀ ਦੇ ਆਰੰਭ ਦੇ ਵਿੱਚ ਜਾਂ ਮੱਧ ਕਾਲ ਦੇ ਵਿੱਚ ਐਸਾ ਸਮਾਂ ਆਇਆ ਜਦੋਂ ਅੰਗਰੇਜ਼ਾਂ ਨੇ ਪੰਜਾਬ 'ਤੇ ਕਬਜ਼ਾ ਕਰ ਲਿਆ ਤੇ ਐਸੀ ਵਿਚਾਰਧਾਰਾ ਪ੍ਰਗਟ ਕੀਤੀ ਵੀ ਆਪਣੇ ਗ੍ਰੰਥਾਂ ਉੱਤੇ ਕਿੰਤੂ ਪਰੰਤੂ ਕਰਨ ਲੱਗ ਪਏ, ਆਪਣੇ ਗੁਰੂ ਦੀ ਬਾਣੀ ਤੋਂ ਹੀ ਬੇਮੁਖ ਹੋ ਗਏ। ਉਹਨਾਂ ਬੰਦਿਆਂ ਦੇ ਮਗਰ ਲੱਗੇ ਹੋਏ ਅੱਜ ਸਾਰੇ ਹੀ ਮੱਖੀ ਤੇ ਮੱਖੀ ਮਾਰੀ ਜਾਂਦੇ ਹਨ ਤੇ ਆਪਣੇ ਗ੍ਰੰਥਾਂ ਦਾ ਖੰਡਨ ਕਰਦੇ ਹਨ। ਗੁਰੂ ਖਾਲਸਾ ਜੀ, ਬਹੁਤ ਇਹ ਗੈਰ ਗੰਭੀਰ ਚਿੰਤਨ ਵਾਲਾ ਪ੍ਰਸੰਗ ਚੱਲ ਰਿਹਾ ਹੈ। ਇਹਨੂੰ ਸਮਝਣ ਵਾਸਤੇ ਸਿਮਰਨ ਦੀ, ਬੰਦਗੀ ਦੀ, ਭਗਤੀ ਦੀ, ਇਕਾਗਰਤਾ ਦੀ ਲੋੜ ਪਵੇਗੀ, ਫਿਰ ਇਹ ਗੱਲਾਂ ਸਮਝ ਵਿੱਚ ਆਉਣਗੀਆਂ। ਸਤਿਗੁਰੂ ਪਾਤਸ਼ਾਹ ਜੀ ਨੇ ਕੇਸੋ ਦਾਸ ਪੰਡਤ ਨੂੰ ਪੁੱਛਿਆ, ਪੰਡਤ ਜੀ ਕਿੰਨੀ ਸਮੱਗਰੀ ਚਾਹੀਦੀ ਹੈ? ਉਹਨਾਂ ਨੇ ਸਾਰੀ ਲਿਖਵਾ ਦਿੱਤੀ ਹੈ ਔਰ ਇਹ ਸਾਰੀ ਸਮੱਗਰੀ ਮੰਗਵਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੈਣਾ ਦੇਵੀ ਦੇ ਟਿੱਲੇ 'ਤੇ, ਜੋ ਨੈਣੇ ਦਾ ਟਿੱਲਾ ਹੈ, ਉਹਦੇ ਉੱਤੇ ਜਾ ਬਿਰਾਜੇ ਹਨ। ਉਸ ਤੋਂ ਅਗਲੀ ਕਥਾ ਆਰੰਭ ਹੁੰਦੀ ਹੈ। ਪ੍ਰੇਮ ਨਾਲ ਸਰਵਣ ਕਰੀਏ, ਆਖੀਏ ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੂਰਨਮਾ ਵੈਸਾਖ ਕੀ ਜਬ ਦਿਨ ਆਇਓ ਸੋਏ। ਵੈਸਾਖ ਦੀ ਪੂਰਨਮਾਸ਼ੀ ਦਾ ਦਿਨ ਜਦੋਂ ਆਇਆ ਹੈ, ਮੰਗਲ ਕਰੇ ਅਨੇਕ ਬਿਦ ਹਰਖਤ ਭੇ ਸਭ ਕੋਏ। ਬੜੀਆਂ ਖੁਸ਼ੀਆਂ ਮਨਾਈਆਂ ਹਨ, ਬੜੇ ਮੰਗਲਮਈ ਬਾਜੇ ਵੱਜੇ ਹਨ, ਸਾਰਿਆਂ ਨੂੰ ਬੜੀ ਪ੍ਰਸੰਨਤਾ ਹੋਈ ਹੈ। ਵੈਸਾਖ ਦੀ ਪੂਰਨਮਾਸ਼ੀ ਵਾਲੇ ਦਿਨ ਚੌਪਈ ਨੌਬਤ ਬਾਜਤ ਪ੍ਰਭ ਦਰਬਾਰ। ਸ੍ਰੀ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਨੌਬਤਾਂ ਵੱਜ ਰਹੀਆਂ ਹਨ। ਲਗ ਦੁੰਦਬ ਕੋ ਸ਼ਬਦ ਉਚਾਰਾ। ਛੋਟੇ ਨਗਾਰਿਆਂ ਦੀ, ਜਿਹੜੇ ਛੋਟੇ ਨਗਾਰੇ ਹਨ, ਇਹ ਖੁਸ਼ੀ ਦੇ ਸਮੇਂ ਵਜਾਏ ਜਾਂਦੇ ਹਨ। 1957 ਤੱਕ ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਡਿਉਢੀ ਦੇ ਬਾਹਰ ਵੀ ਵਜਾਏ ਜਾਂਦੇ ਸਨ ਔਰ ਸਾਧ ਸੰਗਤ ਜੀ ਹਜੂਰ ਸਾਹਿਬ ਹੁਣ ਤੱਕ ਵਜਾਏ ਜਾਂਦੇ ਹਨ। ਇਹ ਪੁਰਾਤਨ ਖੁਸ਼ੀ ਦਾ, ਮੰਗਲ ਦਾ ਪ੍ਰਤੀਕ ਹੁੰਦਾ ਹੈ ਵੀ ਇੱਥੇ ਖੁਸ਼ੀ ਹੈ, ਆਨੰਦ ਹੈ, ਨਾਲ ਨਫੀਰੀ ਵੱਜਦੀ ਹੈ ਔਰ ਛੋਟੇ ਛੋਟੇ ਨਗਾਰੇ ਉਹ ਵਜਾਏ ਜਾਂਦੇ ਹਨ। ਸੰਖ ਨਫੀਰਨ ਫੂਕ ਭਰੀ ਹੈ। ਨਫੀਰੀਆਂ ਵਿੱਚ ਤੇ ਸੰਖਾਂ 'ਚ ਫੂਕਾਂ ਲਾ ਕੇ ਜ਼ੋਰ ਦੇ ਨਾਲ ਸੰਖ ਵਜਾਉਣ ਵਾਲੇ ਸੰਖ ਵਜਾ ਰਹੇ ਨੇ ਔਰ ਨਫੀਰੀਆਂ ਵਜਾਉਣ ਵਾਲੇ ਨਫੀਰੀਆਂ ਵਜਾ ਰਹੇ ਨੇ। ਧੁਨੀ ਉਠਾਵਨ ਊਚ ਕਰੀ ਹੈ। ਸੰਕਨ ਕੀ ਧੁਨ ਘੰਟਨ ਕੀ, ਕਰ ਫੂਲਨ ਕੀ ਬਰਖਾ ਬਰਖਾ ਮੈਂ। ਉੱਚੀ ਧੁਨ ਦੇ ਵਿੱਚ ਇਸ ਤਰ੍ਹਾਂ ਦੇ ਬਾਜੇ ਵਜਾਏ ਜਾ ਰਹੇ ਨੇ। ਪਣਵ ਪਟਹਿ ਅਰ ਢੋਲ ਵਿਸਾਲੇ। ਪਣਮ ਪਟੇ, ਢੋਲ, ਮਿਰਦੰਗ ਵੱਜ ਰਹੇ ਹਨ। ਮੁਰਲੀ ਗੋਮੁਖ ਸ਼ਬਦ ਉਠਾਲੇ। ਮੁਰਲੀਆਂ ਵੱਜ ਰਹੀਆਂ ਨੇ, ਗੋਮੁਖ ਦੀ ਸ਼ਬਦ ਆਵਾਜ਼ ਧੁਨੀ ਉੱਠੀ ਹੈ। ਜੈ ਜਗਦੰਬਾ ਊਚ ਉਚਾਰੇ। ਸਾਰਿਆਂ ਨੇ ਉਹ ਜਗਤ ਮਾਤ ਚੰਡਕਾ ਦਾ ਜੈਕਾਰਾ ਲਾਇਆ ਹੈ। ਰੰਕਣ ਗਣ ਦੇ ਦਰਬ ਉਦਾਰੇ। ਔਰ ਗਰੀਬਾਂ ਲੋੜਵੰਦਾਂ ਨੂੰ ਖੁੱਲਾ ਦਾਨ ਕਲਗੀਧਰ ਪਾਤਸ਼ਾਹ ਜੀ ਕਰ ਰਹੇ ਹਨ। ਹੂੰ ਜੈ ਗੁਰ ਬਾਕ ਸੁਨਾਇਓ। ਸਾਰਿਆਂ ਨੇ ਕਲਗੀਧਰ ਪਾਤਸ਼ਾਹ ਦੇ ਨਾਮ ਦੇ ਜੈਕਾਰੇ ਗਜਾਏ ਹਨ। ਬਾਰਹ ਬਾਰ ਪ੍ਰਸਾਦ ਵਰਤਾਇਓ। ਔਰ ਬਾਰ-ਬਾਰ ਖੁੱਲੇ ਪ੍ਰਸਾਦ ਗਰੀਬਾਂ ਵਿੱਚ, ਲੋੜਵੰਦਾਂ ਵਿੱਚ, ਸੰਗਤਾਂ ਵਿੱਚ ਵਰਤਾਏ ਗਏ ਹਨ। ਰੂਪ ਤੁਕਾਵਤ ਫੂਲਨ ਮਾਲਾ। ਬੜੀਆਂ ਸੋਹਣੀਆਂ ਫੁੱਲਾਂ ਦੀਆਂ ਮਾਲਾ ਪਰੋ ਕੇ ਦਰਵਾਜ਼ਿਆਂ ਤੇ ਲਟਕਾਈਆਂ ਗਈਆਂ ਨੇ ਔਰ ਬੜੀ ਸੁਗੰਧੀ ਵਾਲੀ ਮਹਿੰਗੀ ਧੂਫ ਤੁਖਾਈ ਗਈ ਹੈ। ਚੰਦਨ ਆਦ ਸੁਗੰਧਤ ਸਾਲਾ। ਚੰਦਨ, ਕਪੂਰ, ਕੇਸਰ, ਕਸਤੂਰੀ ਪਾ ਕੇ ਜਿਹੜੀ ਧੂਪ ਤਿਆਰ ਕੀਤੀ ਹੁੰਦੀ ਹੈ, ਉਹ ਧੂਪ ਸਾਧ ਸੰਗਤ ਜੀ ਅਸੀਂ ਦਰਸ਼ਨ ਕਰਦੇ ਰਹੇ ਹਾਂ। ਸਿੰਘ ਸਾਹਿਬ ਜਥੇਦਾਰ ਬਾਬਾ ਸੰਤਾ ਸਿੰਘ ਜੀ 96 ਕਰੋੜੀ ਆਪ ਕੋਲ ਬਹਿ ਕੇ ਤਿਆਰ ਕਰਵਾਇਆ ਕਰਦੇ ਸਨ। ਜਦੋਂ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਜਾਂ ਸ੍ਰੀ ਮੁਕਤਸਰ ਸਾਹਿਬ ਦੇ ਜੋੜ ਮੇਲੇ ਤੇ, ਦਮਦਮੇ ਸਾਹਿਬ ਵਿਸਾਖੀ ਦੇ ਜੋੜ ਮੇਲੇ ਤੇ ਜਾਂ ਹੋਰ ਸਮਾਗਮਾਂ ਤੇ ਖਾਲਸਾ ਪੰਥ ਸ੍ਰੀ ਅਖੰਡ ਪਾਠ ਸਾਹਿਬ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ, ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਂ ਸ੍ਰੀ ਸਰਬਲੋਕ ਗ੍ਰੰਥ ਸਾਹਿਬ ਜੀ ਦੇ ਪਾਠ ਕਰਦਾ ਸੀ ਤਾਂ ਉਹ ਧੂਪ ਤੁਖਾਈ ਜਾਂਦੀ ਸੀ। ਅੱਜ ਵੀ ਦਲ ਪੰਥ ਵਿੱਚ ਇਹ ਮਰਜ਼ਾਦਾ ਕਾਇਮ ਹੈ।
ਪਰ ਉਹ ਧੂਫ ਬਣਾਉਣੀ ਕੋਈ ਸੌਖਾ ਕੰਮ ਨਹੀਂ ਹੈ। ਉਹਦੇ ਵਿੱਚ ਸੈਂਕੜੇ ਪਦਾਰਥ, ਬੜੇ ਬੜੇ ਮਹਿੰਗੇ ਪਦਾਰਥ ਪੈਂਦੇ ਹਨ, ਫਿਰ ਉਹ ਵਸਤੂ ਬਣਦੀ ਹੈ। ਐਸੀ ਸੁਗੰਧੀ ਵਾਲੀ ਧੂਪ ਕਲਗੀਧਰ ਪਾਤਸ਼ਾਹ ਦੇ ਦਰਬਾਰ 'ਚ ਤੁਖਾਈ ਜਾਂਦੀ ਹੈ। ਸਮਾ ਜਾਣ ਦਿਜ ਕੇਸ਼ਵ ਆਇਓ, ਸਮਾਂ ਜਾਣ ਕੇ ਕੇਸੋ ਦਾਸ ਜੀ ਪੰਡਤ ਜੀ ਆ ਗਏ ਹਨ। ਆਸਿਕ ਤਪਤਹਿ ਤੇਜ ਸੁਨਾਇਓ, ਮਹਾਰਾਜ ਨੂੰ ਆ ਕੇ ਆਸ਼ੀਰਵਾਦ ਦਿੱਤਾ, ਮਹਾਰਾਜ ਤੁਹਾਡਾ ਤਪ ਤੇਜ ਦੂਣ ਸਵਾਇਆ ਵਧੇ, ਆਪ ਜੀ ਦਾ ਪ੍ਰਤਾਪ ਸਮੁੰਦਰ ਪਰਯੰਤ ਸਾਰੇ ਸੰਸਾਰ ਤੇ ਫੈਲ ਜਾਵੇ। ਅਪਰ ਵਿਪਰ ਜੇ ਸਤਿਗੁਰ ਪਾਸ, ਹੋਰ ਵੀ ਜਿਹੜੇ ਮਹਾਰਾਜ ਦੇ ਕੋਲ ਪੰਡਤ ਸਨ, ਜਿਹੜੇ ਸਤਿਗੁਰੂ ਜੀ ਨੇ ਚੁਣੇ ਸਨ, ਮਹਾਰਾਜ ਨੇ ਮਧਾਣੀ ਪਾ ਕੇ ਨਾ ਰਿੜਕਿਆ ਸੀ ਹਿੰਦੁਸਤਾਨ ਦੀ ਸੁਰਤ ਨੂੰ, ਲੋਕਾਂ ਦੇ ਦਿਮਾਗ ਵਿੱਚ ਕੀ ਕੁਝ ਹੈ, ਮਹਾਰਾਜ ਨੇ ਉਹਦੇ ਵਿੱਚੋਂ ਛਾਣਾ ਲਾ ਕੇ ਕੁਝ 94 ਬੰਦੇ ਚੁਣ ਲਏ ਸਨ। ਬਾਕੀ ਸਾਰਾ ਆੜ ਕਬਾੜ ਸਮਝ ਕੇ ਭਜਾ ਦਿੱਤਾ ਸੀ ਮਹਾਰਾਜ ਨੇ। ਜਿਹੜੇ ਆਪਣਾ ਧਰਮ ਪੈਸੇ ਪਿੱਛੇ ਗਵਾ ਗਏ, ਆਪਣੇ ਧਰਮ ਨੂੰ ਛੱਡ ਕੇ ਤੇ ਮਾਸ ਖਾ ਲਿਆ ਵੀ ਸੋਨੇ ਦੀਆਂ 5-5 ਮੋਹਰਾਂ ਮਿਲਣਗੀਆਂ, ਉਹਨਾਂ ਨੂੰ ਸੱਚੇ ਪਾਤਸ਼ਾਹ ਨੇ ਦੌੜਾ ਦਿੱਤਾ। ਤੇ ਜਿਹੜੇ ਧਰਮ ਵਿੱਚ ਪੱਕੇ ਰਹੇ, ਉਹਨਾਂ ਨੂੰ ਆਪਣੇ ਕੋਲ ਬੜੇ ਸਤਿਕਾਰ ਨਾਲ ਰੱਖ ਲਿਆ। ਵੇਦ ਘੋਖ ਕੇ ਕਰਤ ਪ੍ਰਕਾਸ਼, ਜਿਹੜੇ ਵੇਦਾਂ ਦੇ ਗਿਆਤਾ ਹਨ, ਵੇਦ ਮੰਤਰਾਂ ਦਾ ਉਚਾਰਨ ਕਰਨਾ ਜਾਣਦੇ ਹਨ, ਸਭ ਹਿੰਦਵਾਇਨ ਸਿਰ ਕੋ ਮੋਰ, ਜਿਹੜੇ ਹਿੰਦੂਆਂ ਦੇ ਸ਼੍ਰੋਮਣੀ ਹਨ, ਖਰੇ ਕਰੇ ਦਿਜ ਪੂਰਨ ਪੌਰ, ਉਹਨਾਂ ਪੰਡਤਾਂ ਨੂੰ ਦਰਵਾਜ਼ੇ ਤੇ ਖੜਾ ਕੀਤਾ ਸਤਿਕਾਰ ਦੇ ਨਾਲ। ਭਇਓ ਕੁਲਾਹਲ ਅਨੇਕ ਪ੍ਰਕਾਰਾ, ਸਾਧ ਸੰਗਤ ਜੀ ਬੜਾ ਭਾਰੀ ਕੁਲਾਹਲ ਮਚਿਆ ਹੈ। ਕੇਸ਼ਵ ਕਹੈ ਸੋ ਕੀਨੀ ਕਾਰਾ, ਜੋ ਪੰਡਤ ਕੇਸੋ ਦਾਸ ਜੀ ਕਹਿ ਰਹੇ ਨੇ, ਬਾਕੀ ਪੰਡਤ ਅਤੇ ਸੇਵਾਦਾਰ ਉਸੇ ਤਰ੍ਹਾਂ ਕਰ ਰਹੇ ਨੇ। ਗਮਨੇ ਪੁਨ ਪ੍ਰਭ ਦਿਜ ਸੰਗ ਲੀਨੇ, ਫਿਰ ਪੰਡਤ ਕੇਸੋ ਦਾਸ ਜੀ ਨੂੰ ਨਾਲ ਲੈ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਲਗੀਧਰ ਜੀ ਗਏ ਹਨ। ਸਿੱਖ ਬਾਦ ਮਾਤ ਮਿਲ ਦੀਨ, ਔਰ ਮਾਤਾ ਗੁਜਰੀ ਜੀ ਨੂੰ ਨਮਸਕਾਰ ਕੀਤੀ ਹੈ, ਆਸ਼ੀਰਵਾਦ ਲਿਆ ਹੈ। ਪੂਰੋ ਮਨੋਰਥ ਨੋ ਗੁਰ ਆਏ, ਮਾਤਾ ਜੀ ਨੇ ਅਰਦਾਸ ਕੀਤੀ, ਗੁਰੂ ਸਾਹਿਬ ਨੇ ਅਰਦਾਸ ਕੀਤੀ, ਸਾਰੀ ਸੰਗਤ ਨੇ ਅਰਦਾਸ ਕੀਤੀ, ਹੇ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਜੀ 9 ਪਾਤਸ਼ਾਹੀਆਂ, ਆਪ ਇਸ ਕਾਰਜ ਵਿੱਚ ਸਹਾਈ ਹੋਵੋ। ਜਿਵੇਂ ਚੰਡੀ ਦੀ ਵਾਰ ਵਿੱਚ ਪਹਿਲਾਂ ਹੀ ਲਿਖ ਦਿੱਤਾ, ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦਨੋ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਇਸ ਤਰ੍ਹਾਂ ਅਰਦਾਸਾ ਸੋਧਿਆ ਹੈ। ਜਗ ਮਾਤਾ ਤੁਮ ਹੋਏ ਸਹਾਏ, ਜਗਤ ਮਾਤਾ ਅਕਾਲ ਪੁਰਖ ਦੀ ਉਹ ਮਹਾ ਸ਼ਕਤੀ, ਜਿਸ ਤੋਂ ਇਹ ਸਾਰਾ ਸੰਸਾਰ ਪੈਦਾ ਹੋਇਆ। ਨਮੋ ਲੋਕ ਮਾਤਾ ਰੋਜ਼ ਆਪਾਂ ਜਾਪ ਸਾਹਿਬ ਵਿੱਚ ਪੜ੍ਹਦੇ ਹਾਂ, ਉਹ ਜੋ ਸਾਰੇ ਲੋਕਾਂ ਦੀ ਮਾਂ ਹੈ, ਸ਼ਕਤੀ ਹੈ, ਕਿਉਂਕਿ ਪਿਤਾ ਅਕਾਲ ਪੁਰਖ ਹੈ, ਮਾਤਾ ਸ਼ਕਤੀ ਹੈ। ਮਾਤ ਪਿਤਾ ਅਕਾਲ ਪੁਰਖ, ਮਾਤ ਭਗਵਤੀ, ਪਿਤਾ ਅਕਾਲ ਪੁਰਖ, ਗੋਦ ਲਿਓ ਦਾ ਖਾਸ ਭਲੀ। ਸੱਚੇ ਪਾਤਸ਼ਾਹ ਨੇ ਸ੍ਰੀ ਸਰਬਲੋ ਗ੍ਰੰਥ ਸਾਹਿਬ ਜਿੱਥੇ ਖਾਲਸੇ ਦੀ ਮਹਿਮਾ ਲਿਖੀ ਹੈ, ਉੱਥੇ ਪਾਵਨ ਬਚਨ ਲਿਖੇ ਨੇ। ਮਾਤ ਭਗਵਤੀ, ਮਾਂ ਉਹ ਸ਼ਕਤੀ ਹੈ ਅਕਾਲ ਪੁਰਖ ਦੀ, ਪਿਤਾ ਅਕਾਲ ਪੁਰਖ ਆਪ ਹੈ, ਤੇ ਇਹ ਖਾਲਸਾ ਉਹਦੀ ਗੋਦ ਵਿੱਚ, ਖਾਸ ਗੋਦ ਵਿੱਚ ਪੈਦਾ ਹੋਇਆ ਹੈ। ਹਾਂਜੀ, ਸਫਲੋ ਕ੍ਰਿਤ ਕਰ ਕਹਿਓ ਜੇ ਚਾਹਤ, ਮਹਾਰਾਜ ਅਰਦਾਸ ਕਰ ਰਹੇ ਨੇ ਕਿ ਜਿਹੜਾ ਕਾਰਜ ਅਸੀਂ ਆਰੰਭਣ ਲੱਗੇ ਹਾਂ, ਇਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਕਿਰਪਾ ਕਰਕੇ ਪੂਰਨ ਕਰ ਦੇਣਾ। ਕਾਰਨ ਪਰਉਪਕਾਰ ਉਮਾਹਤ, ਇਹ ਆਪਣੇ ਭਲੇ ਲਈ ਨਹੀਂ ਮੰਗ ਰਹੇ, ਇਹ ਸਾਰੀ ਦੁਨੀਆ ਦੇ ਭਲੇ ਲਈ, ਪਰਉਪਕਾਰ ਦੇ ਲਈ ਮਹਾਰਾਜ ਸ਼ਕਤੀ ਨੂੰ ਪ੍ਰਗਟ ਕਰਨ ਲੱਗੇ ਹਨ। ਸਤਿਗੁਰੂ ਜੀ ਨੇ ਚੰਡੀ ਪ੍ਰਗਟ ਕੀਤੀ ਹੈ, ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ ਰਾਜ ਲੈ ਕੇ ਦੇਣ ਵਾਸਤੇ ਨਹੀਂ ਕੀਤੀ, ਆਪਣੀ ਸ਼ੋਹਰਤ ਵਾਸਤੇ ਨਹੀਂ ਕੀਤੀ, ਆਪਣੇ ਸਵਾਰਥ ਵਾਸਤੇ ਨਹੀਂ ਕੀਤੀ, ਬਲਕਿ ਮਹਾਰਾਜ ਦਾ ਧਰਮ ਚਲਾਵਨ, ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਦੁਸ਼ਟਾਂ ਦੀ ਜੜ ਪੁੱਟਣ ਲਈ ਤੇ ਸੰਤਾਂ ਦੀ ਰੱਖਿਆ ਕਰਨ ਲਈ ਐਸਾ ਕਰ ਰਹੇ ਹਨ। ਤੁਖਤ ਧੂਪ ਚਾਲਤ ਗੁਰ ਆਗੇ, ਮਹਾਰਾਜ 10ਵੇਂ ਪਾਤਸ਼ਾਹ ਜੀ ਚਾਲੇ ਪਾ ਦਿੱਤੇ ਹਨ। ਅੱਗੇ ਅੱਗੇ ਕੜਛੇ ਦੇ ਵਿੱਚ ਸਿੰਘ ਨੇ ਧੂਪ ਤੁਖਾਈ ਹੋਈ ਹੈ। ਜਿਵੇਂ ਅੱਜ ਕੱਲ੍ਹ ਵੀ ਹੋਲੇ ਮਹੱਲੇ ਤੇ ਜਦੋਂ ਖਾਲਸਾ ਪੰਥ ਜਾਂਦਾ ਹੈ, ਸਾਧ ਸੰਗਤ ਜੀ, ਅੱਜ ਕੱਲ੍ਹ ਕਈ ਸ਼ੰਕਾਵਾਦੀ ਜਿਨ੍ਹਾਂ ਨੇ ਇਤਿਹਾਸ ਨਹੀਂ ਪੜ੍ਹਿਆ, ਜਿਨ੍ਹਾਂ ਨੂੰ ਖਾਲਸੇ ਪੰਥ ਦੀਆਂ ਪਰੰਪਰਾਵਾਂ ਦਾ ਪਤਾ ਨਹੀਂ ਹੈ,
ਘਰਾਂ 'ਚੋਂ ਉੱਠ ਕੇ ਆ ਕੇ ਉਹ ਕਿੰਤੂ ਪਰੰਤੂ ਕਰਨ ਲੱਗ ਜਾਂਦੇ ਆ ਜੀ। ਆ ਨਿਹੰਗ ਸਿੰਘ ਐਡਾ ਕੜਛਾ ਧੂਪ ਦਾ ਕਿਉਂ ਚੁੱਕੀ ਫਿਰਦੇ? ਖਾਲਸਾ ਜੀ ਇਹ ਦੇਖੋ ਸੂਰਜ ਪ੍ਰਕਾਸ਼ ਵਿੱਚ ਆਪ ਜੀ ਦਰਸ਼ਨ ਕਰ ਲਓ। ਇਹ ਅੱਜ ਦਾ ਨਹੀਂ ਲਿਖਿਆ ਹੋਇਆ, ਇਹ ਅੱਜ ਤੋਂ 200 ਸਾਲ ਪਹਿਲਾਂ ਮਹਾਂਕਵੀ ਜੀ ਲਿਖ ਗਏ ਨੇ ਕਿ ਜਦੋਂ ਪਾਤਸ਼ਾਹ ਜਾਂਦੇ ਨੇ ਤੇ ਅੱਗੇ ਅੱਗੇ ਧੂਪ ਧੁਖਦੀ ਜਾਂਦੀ ਹੈ ਤਾਂ ਕਿ ਸਾਰਾ ਵਾਤਾਵਰਨ ਸ਼ੁੱਧ ਹੋ ਜਾਵੇ। ਪੁਸ਼ਪਨ ਬਰਖਾ ਮੋਚਨ ਲਾਗੇ, ਔਰ ਫੁੱਲਾਂ ਦੀ ਵਰਖਾ ਹੁੰਦੀ ਹੈ, ਬੜੇ ਬੜੇ ਸੋਹਣੇ ਫੁੱਲ ਵਰਸਾਏ ਜਾਂਦੇ ਹਨ। ਕਰ ਫੂਲਨ ਕੀ ਬਰਖਾ ਬਰਖਾਵੇਂ। ਹਾਂਜੀ, ਨੇਮ ਸਮੇਤ ਵੀ ਪ੍ਰਲੈ ਨਾਲ, ਔਰ ਬੜੇ ਨੇਮ ਦੇ ਨਾਲ ਪੰਡਤਾਂ ਨੂੰ ਨਾਲ ਲੈ ਕੇ ਗਮਨੇ ਮੰਗਲ ਹੋਤ ਕਿਰਪਾਲ, ਮਹਾਰਾਜ ਸੱਚੇ ਪਾਤਸ਼ਾਹ ਖੁਸ਼ੀਆਂ ਦੇ ਨਾਲ ਚੱਲ ਪਏ ਹਨ। ਸਿੱਖ ਮਸੰਦ ਹਜ਼ਾਰ ਹੋ ਸੰਗ, ਹਜ਼ਾਰਾਂ ਸੰਗਤਾਂ ਸਿੱਖ ਤੇ ਮਸੰਦ ਨਾਲ ਜਾ ਰਹੇ ਹਨ। ਜਿਜ ਭਰ ਗੁਨੀ ਸਭ ਪਾਵਨ ਅੰਗ, ਬੜੇ ਬੜੇ ਪਵਿੱਤਰ ਆਤਮਾ ਨਿਰਮਲ ਸ਼ੁਭ ਕਰਮੀ ਬ੍ਰਾਹਮਣ ਵੀ ਨਾਲ ਹਨ। ਗਿਰ ਕੇ ਨਿਕਟ ਪਹੁੰਚੇ ਜਾਏ, ਇਹ ਨੈਣਾ ਦੇਵੀ ਵਾਲੇ ਪਹਾੜ ਦੇ ਨੇੜੇ ਜਾ ਪਹੁੰਚੇ ਹਨ। ਹਰੇ ਭਏ ਨਰ ਜੁਤ ਸਮੁਦਾਏ, ਮਹਾਰਾਜ ਸੱਚੇ ਪਾਤਸ਼ਾਹ ਸਾਰੀ ਸੰਗਤ ਸਮੇਤ ਜਾ ਖਲੋਤੇ ਹਨ। ਜਥਾ ਜੋਗ ਸਭ ਹਿੰਸੋ ਕਰ ਕਰ, ਜਥਾ ਜੋਗ ਸਾਰਿਆਂ ਨਾਲ ਬਚਨ ਬਿਲਾਸ ਕੀਤੇ ਹਨ। ਤੈ ਕੈ ਹੁਕਮ ਕਰੇ ਤੇ ਇਸ ਥਿਰ, ਮਹਾਰਾਜ ਨੇ ਸਾਰਿਆਂ ਨੂੰ ਹੁਕਮ ਦਿੱਤਾ, ਸਾਧ ਸੰਗਤ ਜੀ ਇਸ ਤੋਂ ਅੱਗੇ ਹੁਣ ਤੁਸੀਂ ਨਹੀਂ ਜਾਣਾ, ਸਾਰੇ ਇੱਥੇ ਹੀ ਦਰਸ਼ਨ ਕਰ ਲਓ ਤੇ ਆਪਣੇ ਆਪਣੇ ਪੜਾਵਾਂ ਤੇ ਵਾਪਸ ਚਲੇ ਜਾਓ। ਹਾਏ ਆਰੂੜ ਅਰੂੜਤ ਸੈਲ, ਮਹਾਰਾਜ ਆਪ ਘੋੜੇ ਤੇ ਸਵਾਰ ਹੋ ਕੇ ਪਹਾੜ ਦੀ ਚੜ੍ਹਾਈ ਚੜ੍ਹਨ ਲੱਗੇ ਹਨ। ਹਮਨੇ ਗੁਰੂ ਬਿਖਮ ਬੜ ਗੈਲ, ਕਿਉਂਕਿ ਪਹਾੜ ਬੜਾ ਉੱਚਾ ਹੈ ਔਰ ਪਹਾੜ ਦੇ ਰਸਤੇ ਬੜੇ ਵਿੰਗੇ ਟੇਢੇ ਹਨ। ਅੱਜ ਕੱਲ੍ਹ ਤਾਂ ਸੜਕ ਬਣ ਗਈ ਨੈਣਾ ਦੇਵੀ ਤੱਕ, ਗੱਡੀਆਂ ਚਲੀਆਂ ਜਾਂਦੀਆਂ ਨੇ। ਉਸ ਜ਼ਮਾਨੇ 'ਚ ਕਿੱਥੇ ਗੱਡੀਆਂ ਸਨ? ਔਖੀਆਂ ਘਾਟੀਆਂ ਚੜ੍ਹ ਕੇ ਵਿੰਗੇ ਟੇਢੇ ਰਾਹਾਂ ਤੋਂ ਹੁੰਦੇ ਹੋਏ ਉੱਪਰ ਜਾਣਾ ਪੈਂਦਾ ਸੀ। ਮਹਾਰਾਜ ਬਿਖਮ ਰਸਤੇ ਤੋਂ, ਟੇਢੇ ਮੇਢਿਆਂ ਰਸਤਿਆਂ ਤੋਂ ਉੱਪਰ ਚੜ੍ਹ ਰਹੇ ਹਨ। ਕੁਛ ਜੋ ਦੇਤ ਹੈ ਕਰੇ ਟਿਕਾਵਨ, ਕੁਝ ਫੌਜ ਮਹਾਰਾਜ ਨੇ ਉੱਥੇ ਖੜੀ ਕਰ ਦਿੱਤੀ ਹੈ ਪਹਾੜ ਦੀ ਜੜ ਵਿੱਚ। ਆਵੇ ਕੋਈ ਤਾਂ ਕਰਤ ਹਟਾਵਨ, ਬਈ ਤੁਸੀਂ ਇੱਥੇ ਪਹਿਰਾ ਦੇਣਾ ਹੈ। ਜੇ ਕੋਈ ਉੱਪਰ ਜਾਣ ਦੀ ਕੋਸ਼ਿਸ਼ ਕਰੇ ਤੇ ਉਹਨੂੰ ਰੋਕ ਦੇਣਾ ਹੈ, ਕਿਉਂਕਿ ਉੱਪਰ ਜਾ ਕੇ ਜਦੋਂ ਮਹਾਰਾਜ ਬੈਠਣਗੇ ਤੇ ਉਸ ਵੇਲੇ ਪੂਰੀ ਇਕਾਗਰਤਾ ਚਾਹੀਦੀ ਹੈ, ਮਨ ਬਿਰਤੀਆਂ ਜੁੜੀਆਂ ਚਾਹੀਦੀਆਂ ਹਨ ਤਾਂ ਕਿ ਕੋਈ ਆ ਕੇ ਡਿਸਟਰਬ ਨਾ ਕਰੇ, ਪਰੇਸ਼ਾਨ ਨਾ ਕਰੇ, ਬਿਰਤੀ ਨੂੰ ਭੰਗ ਨਾ ਕਰੇ। ਮਹਾਰਾਜ ਨੇ ਕਾਫੀ ਸੂਰਮੇ 5-10 ਯੋਧੇ ਥੱਲੇ ਪਹਿਰਾ ਚੌਂਕੀ ਲਾ ਦਿੱਤੀ ਹੈ ਵੀ ਇਸ ਰਸਤੇ ਥਾਣੀ ਹੁਣ ਉੱਪਰ ਕੋਈ ਨਹੀਂ ਜਾ ਸਕੇਗਾ। ਫਿਰ ਪਰ ਚੜੇ ਤੁਰੰਗ ਉਤੰਗ, ਆਪ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਉੱਚੀਆਂ ਚੜ੍ਹਾਈਆਂ ਚੜ੍ਹਨ ਲੱਗੇ ਹਨ। ਜਿਜ ਕੇਸ਼ਵ ਪਿਖ ਅਚਰਜ ਸੰਗ, ਪੰਡਿਤ ਕੇਸੋ ਦਾਸ ਜੀ ਬੜੇ ਅਸਚਰਜ ਹੋ ਕੇ ਨਾਲ ਜਾ ਰਹੇ ਨੇ, ਕਿਉਂਕਿ ਪੰਡਿਤ ਕੇਸੋ ਦਾਸ ਨੂੰ ਵੀ ਪਤਾ ਨਹੀਂ ਸੀ ਕਿ ਮੇਰੇ ਪੰਜਾਬ ਵਿੱਚ ਜਾਣ ਨਾਲ ਮੈਨੂੰ ਆਹ ਕੰਮ ਵੀ ਕਰਨਾ ਪਏਗਾ। ਪੰਡਿਤ ਦਾ ਵਿਚਾਰਾ ਬਨਾਰਸ ਤੋਂ ਤੁਰਿਆ ਸੀ ਜਵਾਲਾਮੁਖੀ ਦੇ ਦਰਸ਼ਨ ਕਰਨ ਲਈ। ਅਚਾਨਕ ਆਨੰਦਪੁਰ ਸਾਹਿਬ ਆ ਰੁਕਿਆ। ਗੁਰੂ ਸਾਹਿਬ ਦੀ ਸੋਭਾ ਸੁਣੀ ਹੋਈ ਸੀ ਵੀ ਬੜੇ ਮਹਾਂਪੁਰਸ਼ ਨੇ, ਬੜੇ ਮਹਾਨ ਨੇ, ਵਿਦਵਾਨ ਵੀ ਨੇ, ਗੁਣੀ ਵੀ ਨੇ, ਕਵੀ ਵੀ ਨੇ, ਅਧਿਆਤਮਕ ਸ਼ਕਤੀਆਂ ਦੇ ਮਾਲਕ ਵੀ ਨੇ ਔਰ ਸਾਰੇ ਕਾਰਜ ਪੂਰੇ ਕਰਨ ਵਿੱਚ ਸਮਰੱਥ ਗੁਰੂ ਨੇ। ਇਹ ਤਾਂ ਸੁਣਿਆ ਸੀ, ਪਰ ਇਹ ਨਹੀਂ ਸੀ ਪਤਾ ਵੀ ਮੇਰੇ ਕੋਲੋਂ ਹੀ ਹਵਨ ਕਰਾਉਣਗੇ ਤੇ ਚੰਡੀ ਪ੍ਰਗਟ ਕਰਾਉਣਗੇ। ਉਹ ਹੈਰਾਨ ਹੋ ਕੇ ਦੇਖ ਰਿਹਾ ਵੀ ਪ੍ਰਮਾਤਮਾ ਦੇ ਰੰਗਾਂ ਦਾ ਕੋਈ ਪਤਾ ਨਹੀਂ ਚੱਲਦਾ। ਨਰ ਭੀ ਨੀਠ ਨੀਠ ਧਰ ਪਾਏ, ਤੇ ਲੋਕ ਵੀ ਹੌਲੇ ਹੌਲੇ ਨਾਲ ਤੁਰਦੇ, ਜਿਹੜੇ ਨਾਲ ਜਾਣ ਵਾਲੇ ਪੰਡਿਤ ਹਨ ਜਾਂ ਜਿਹੜੇ ਗੁਰੂ ਕੇ ਸਿੱਖ ਸੇਵਾਦਾਰ ਹਨ, ਗੁਰੂ ਦੀ ਫੌਜ ਦੇ ਕੁਝ ਚੋਣਵੇਂ ਯੋਧੇ ਹਨ, ਬਾਣੀ ਪੜ੍ਹਨ ਵਾਲੇ, ਨਾਮ ਜਪਣ ਵਾਲੇ, ਅਧਿਆਤਮ ਵਿਦਿਆ ਦੇ ਮਾਹਰ ਬੰਦੇ ਗੁਰੂ ਕੇ ਸਿੱਖ ਜਾ ਰਹੇ ਹਨ। ਗਹਿ ਗਹਿ ਤ੍ਰਿਣਨ ਨੀਠ ਹੀ ਜਾਏ, ਕਿਉਂਕਿ ਰਸਤਾ ਬਿਖਮ ਹੈ, ਪਹਾੜ ਦੀ ਚੜ੍ਹਾਈ ਵਿੰਗੀ ਟੇਢੀ ਹੈ, ਕਈ ਥਾਵਾਂ ਤੇ ਝਾੜਾਂ ਨੂੰ ਫੜ ਕੇ ਚੜ੍ਹਨਾ ਪੈਂਦਾ ਹੈ ਤੇ ਉਹ ਜਿਹੜੇ ਝੂੰਡ ਹੁੰਦੇ ਨੇ ਕੋਈ ਉਹਨੂੰ ਫੜ ਕੇ ਉੱਪਰ ਤੱਕ ਚੜ੍ਹਦਾ ਹੈ। ਰਸਤੇ 'ਚ ਰੋੜੇ ਪਏ ਹਨ, ਪੱਥਰ ਪਏ ਹਨ, ਬੜਾ ਔਖਾ ਪੈਂਡਾ ਨੈਣਾ ਦੇਵੀ ਦਾ ਹੈ। ਪਰ ਚੜੇ ਗਮਨੇ ਤਹਿ ਕੋਈ ਘੋੜੇ ਤੇ ਜਾ ਰਹੇ ਨੇ ਤੇ ਕੋਈ ਪੈਦਲ ਜਾ ਰਹੇ ਨੇ। ਕਲਗੀਧਰ ਹੀ ਇਮ ਹੋਏ, ਕਹਿੰਦੇ ਗੁਰੂ ਕਲਗੀਧਰ ਪਾਤਸ਼ਾਹੀ ਘੋੜੇ ਦੀ ਸਵਾਰੀ ਕਰਕੇ ਇਦਾਂ ਚੜ੍ਹ ਸਕਦੇ ਨੇ, ਨਹੀਂ ਤਾਂ ਉੱਪਰ ਜਾਣਾ ਔਖਾ ਹੈ ਘੋੜੇ ਦਾ ਵੀ। ਸਿਖਰ ਸੈਲ ਕੇ ਪਹੁੰਚੇ ਜਾਏ, ਇਸ ਤਰ੍ਹਾਂ ਸਾਧ ਸੰਗਤ ਜੀ ਇਹ ਸਾਰਾ ਪੈਂਡਾ ਤੈਅ ਕਰਕੇ
ਇਹ ਉੱਪਰ ਜਿੱਥੇ ਪਹਾੜ ਨੈਣਾ ਦੇਵੀ ਦੀ ਸਿਖਰ ਹੈ, ਚੋਟੀ ਹੈ ਨਾ, ਜਿੱਥੇ ਅੱਜ ਕੱਲ ਮੰਦਿਰ ਹੈ, ਉੱਥੇ ਜਾ ਪਹੁੰਚੇ ਹਨ। ਉਤਰੇ ਹੈ ਪਰਤੇ ਸੁਖਦਾਏ, ਸੁੱਖਾਂ ਦੇ ਦਾਤੇ ਬਾਜਾਂ ਵਾਲੇ ਸਤਿਗੁਰੂ ਘੋੜੇ ਤੋਂ ਉਤਰੇ ਹਨ। ਪਹੁੰਚੇ ਬਿਪਰ ਜਾਏ ਤਿਸ ਥਾਨ, ਔਰ ਪੰਡਿਤ ਕੇਸੋ ਦਾਸ ਦੇ ਨਾਲ ਪੰਡਤਾਂ ਦਾ ਇੱਕ ਵੱਡਾ ਸਾਰਾ ਜਥਾ ਵੀ ਜਾ ਪਹੁੰਚਿਆ ਹੈ। ਹਰੀ ਬਤਾਵਨ ਹਮਨ ਵਿਧਾਨ, ਔਰ ਉਹਨਾਂ ਨੇ ਹਮਨ ਦੀ ਵਿਧੀ ਵਿਧਾਨ ਦੱਸਿਆ ਹੈ। ਕਲ ਸਮਗਰੀ ਲੈ ਸਮੁਦਾਈ, ਜਿੰਨੀ ਸਮੱਗਰੀ ਚਾਹੀਦੀ ਸੀ ਮਹਾਰਾਜ ਨੂੰ ਲਿਖਵਾਈ ਸੀ, ਮਹਾਰਾਜ ਨੂੰ ਮਹਾਰਾਜ ਨੇ ਉਹ ਮੰਗਵਾ ਕੇ ਪਹਿਲਾਂ ਹੀ ਤਿਆਰ ਰੱਖੀ ਸੀ। ਉਹ ਸਾਰੀ ਸਮੱਗਰੀ ਸਿੱਖ ਘੋੜਿਆਂ ਤੇ ਖੱਚਰਾਂ ਤੇ ਜਾਂ ਆਪ ਚੁੱਕ ਕੇ ਲੈ ਕੇ ਗਏ ਹਨ। ਧਨ ਦਾਸਨ ਪ੍ਰਭ ਢਿਗ ਪਹੁੰਚਾਈ, ਬਹੁਤ ਸਾਰੇ ਸੇਵਾਦਾਰ ਉਹ ਸਮੱਗਰੀ ਚੁੱਕ ਕੇ ਉੱਪਰ ਪਹੁੰਚੇ ਹਨ, ਮਹਾਰਾਜ ਦੇ ਕੋਲ ਪਹੁੰਚਾਈ ਹੈ। ਹਮਨ ਕੁੰਡ ਕੀ ਪਸ਼ਚਮ ਦਿਸ ਮੈਂ, ਜਿਹੜਾ ਹਮਨ ਕੁੰਡ ਅੱਜ ਵੀ ਨੈਣਾ ਦੇਵੀ ਦੇ ਉੱਤੇ ਮੌਜੂਦ ਹੈ, ਸੰਗਤਾਂ ਦਰਸ਼ਨ ਕਰਦੀਆਂ ਨੇ, ਉਹ ਹਮਨ ਕੁੰਡ ਦੀ ਜਿਹੜੀ ਪੱਛਮ ਵਾਲੀ ਬਾਈ ਹੈ। ਦੱਖਣ ਦਿਸ ਦੇ ਜ ਥਿਰ ਔਰ ਬਿਸਮੈ, ਕਹਿੰਦੇ ਦੱਖਣ ਵਾਲੇ ਪਾਸੇ ਪੰਡਤ ਜੀ ਬੈਠ ਗਏ ਹਨ। ਕਰ ਪਗ ਕਰੇ ਪਖਾਰਨ ਦੋਇਨ, ਦੋਵਾਂ ਨੇ ਹੱਥ ਪੈਰ ਧੋਏ ਹਨ, ਚੰਗੀ ਤਰ੍ਹਾਂ 5 ਇਸ਼ਨਾਨਾ ਕੀਤਾ ਹੈ। ਵਰਜੇ ਅਪਰ ਰਹਿਓ ਤਹ ਕੋਈ ਨਾ, ਬਾਕੀ ਸਾਰਿਆਂ ਨੂੰ ਪਰਾਂ ਹਟਾ ਦਿੱਤਾ ਹੈ। ਇੱਕ ਕਲਗੀਧਰ ਪਾਤਸ਼ਾਹ ਜੀ ਹਨ, ਇੱਕ ਪੰਡਿਤ ਕੇਸੋ ਦਾਸ ਜੀ ਹਨ। 16 ਅੱਖਰ ਮੰਤਰ ਬਤਾਇਓ, 16 ਅੱਖਰਾਂ ਦਾ ਜੋ ਮੰਤਰ ਹੈ, ਅਚਕੜਾ ਛੰਦ ਸਾਧ ਸੰਗਤ ਜੀ ਮਹਾਰਾਜ ਨੇ ਅੰਬਿਕਾ ਸੀਤਲਾ, ਇਹ ਜਿਹੜਾ ਦਸਮ ਦੇ ਵਿੱਚ ਪਾਰਸਨਾਥ ਦੀ ਕਥਾ ਵਿੱਚ ਆਉਂਦਾ ਹੈ, ਔਰ ਮੋਹਣੀ ਛੰਦ ਆਉਂਦਾ ਹੈ, ਜੈ ਦੇਵੀ ਭੇਵੀ ਪਾਵਾਣੀ, ਇਹ ਸਾਰਾ ਜਿਹੜਾ ਜਾਪ ਹੈ ਇੱਥੇ ਸਤਿਗੁਰੂ ਜੀ ਨੇ ਉਚਾਰਨ ਕੀਤਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖ ਦੇ ਪੁਲਿੰਗ ਨਾਮ ਵੀ ਬਹੁਤ ਆਉਂਦੇ ਹਨ। ਸ੍ਰੀ ਜਾਪ ਸਾਹਿਬ ਦੇ ਵਿੱਚ ਆਪਾਂ ਦੇਖਦੇ ਹਾਂ, ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਪੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ। ਇਹ ਪੁਲਿੰਗ ਨਾਮ ਵੀ ਆਉਂਦੇ ਹਨ ਤੇ ਇਸਤਰੀ ਲਿੰਗ ਨਾਮ ਵੀ ਆਉਂਦੇ ਹਨ। ਜੈ ਦੇਵੀ ਭੇਵੀ ਭਵਾਨੀ, ਪਉਖੰਡੀ ਦੁਰਗਾ ਸੁਬਾਣੀ, ਇੱਦਾਂ ਸਾਧ ਸੰਗਤ ਜੀ ਹੋਰ ਚੰਡੀ ਚਰਿੱਤਰ ਦੇ ਵਿੱਚ ਆਉਂਦੇ ਹਨ, ਔਰ ਮਹਾਰਾਜ ਦੀ ਕ੍ਰਿਸ਼ਨ ਅਵਤਾਰ ਦੇ ਵਿੱਚ ਵੀ ਆਉਂਦੇ ਹਨ, ਤੇ ਪਾਰਸਨਾਥ ਵਿੱਚ ਵੀ। ਉਹ ਜਿਹੜੇ ਮਹਾਰਾਜ ਨੇ ਮੰਤਰ ਉਚਾਰਨ ਕੀਤੇ ਹਨ, ਉਹਦਾ ਸਤਿਗੁਰੂ ਜੀ ਜਾਪ ਕਰਨ ਲੱਗੇ ਹਨ। ਇੱਕ ਮਨ ਹੋਏ ਪਠੀਆ ਹੈ ਸਿਖਰਾਇਓ, ਇੱਕ ਮਨ ਹੋ ਕੇ ਇਹਦਾ ਜਾਪ ਕਰਨਾ ਹੈ, ਇਹ ਦੱਸਿਆ ਗਿਆ ਹੈ। ਸਵਾਹਾ ਕਹੋ ਮੰਤਰ ਪਠ ਜਬੈ, ਜਦੋਂ ਮੰਤਰ ਦਾ ਪਾਠ ਕਰਕੇ ਸਵਾਹਾ ਬੋਲਣਾ ਹੈ, ਅਗਨ ਆਹੁਤੀ ਪਾਵੋ ਤਬੈ, ਉਸ ਵੇਲੇ ਅਗਨ ਦੇ ਵਿੱਚ ਆਹੂਤੀ ਪਾਣੀ ਹੈ। ਇਤਿਆਦਿਕ ਵਿਦ ਅਪਰ ਬਤਾਈ, ਇਸ ਤਰ੍ਹਾਂ ਸਾਰੇ ਵਿਧੀ ਵਿਧਾਨ ਦੱਸ ਕੇ ਹੁਤਾਸਨ ਕੁੰਡ ਜਗਾਈ, ਤਾਂ ਪੰਡਿਤ ਕੇਸੋ ਦਾਸ ਜੀ ਨੇ ਮੰਤਰਾਂ ਨਾਲ ਅਗਨੀ ਪ੍ਰਗਟ ਕੀਤੀ। ਇੱਕ ਤਾਂ ਹੁੰਦੀ ਹੈ ਸਾਧ ਸੰਗਤ ਜੀ ਮਾਚਿਸ ਦੇ ਨਾਲ ਅੱਗ ਬਾਲ ਲਈ ਜਾਂਦੀ ਹੈ, ਪਰ ਇੱਕ ਅਰਣੀ ਮੰਤਰ ਹੁੰਦਾ ਹੈ, ਉਹਦਾ ਜਾਪ ਕਰਕੇ ਤੇ ਅੱਗ ਨੂੰ, ਲੱਕੜ ਨੂੰ ਘਸਾ ਕੇ ਨਾ, ਇੱਕ ਲੱਕੜ ਦੇ ਵਿੱਚ ਟੋਆ ਪੱਟ ਲਿਆ ਜਾਂਦਾ, ਦੂਜੀ ਲੱਕੜ ਨੂੰ ਉਹਦੇ ਵਿੱਚ ਘੁਮਾਇਆ ਜਾਂਦਾ। ਉਹ ਜਦੋਂ ਸੁੱਕੀ ਲੱਕੜ ਨਾਲ ਅੱਗ ਪ੍ਰਗਟ ਕਰਕੇ ਉਹਦੇ ਨਾਲ ਅਗਨੀ ਬਾਲ ਲਈ ਜਾਂਦੀ ਹੈ, ਉਹਨੂੰ ਪਵਿੱਤਰ ਅਭਿਮੰਤਰਤ ਅਗਨੀ ਕਹਿੰਦੇ ਹਨ। ਇਸ ਤਰ੍ਹਾਂ ਫਿਰ ਕੇਸੋ ਦਾਸ ਜੀ ਨੇ ਅਗਨੀ ਪ੍ਰਗਟ ਕੀਤੀ ਹੈ। ਸ਼ੁੱਧ ਮਹਾਸੁਰ ਮੰਤਰ ਉਚਾਰੇ, ਔਰ ਸ਼ੁੱਧ ਮੰਤਰ ਮਾਤਰਾ ਦਾ ਖਿਆਲ ਰੱਖ ਕੇ, ਕਿਉਂਕਿ ਜਦੋਂ ਇਹ ਹਮਨ ਹੁੰਦੇ ਨੇ, ਪ੍ਰਯੋਗ ਹੁੰਦੇ ਨੇ, ਜਪ ਹੁੰਦੇ ਨੇ, ਉਦੋਂ ਜੋ ਵੀ ਮੰਤਰ ਪੜ੍ਹਿਆ ਜਾਂਦਾ ਉਹਦੇ ਅੱਖਰ ਦਾ, ਉਹਦੀ ਸਿਹਾਰੀ ਬਿਹਾਰੀ ਦਾ, ਉਹਦੀ ਧੁਨੀ ਦਾ ਸਾਰਾ ਖਿਆਲ ਰੱਖਿਆ ਜਾਂਦਾ। ਇਹ ਨਹੀਂ ਵੀ ਜੋ ਮਰਜ਼ੀ ਬੋਲੀ ਜਾਓ। ਅਸੀਂ ਤਾਂ ਰਹਿ ਰਾਸ ਦਾ ਪਾਠ ਕਰੀਏ ਤੇ ਜਪਜੀ ਸਾਹਿਬ ਬਣਾ ਦਿੰਦੇ ਹਾਂ, ਜਪਜੀ ਸਾਹਿਬ ਕਰੀਏ ਤੇ ਰਹਿ ਰਾਸ ਬਣਾ ਦਿੰਦੇ ਹਾਂ। ਇੱਦਾਂ ਨਹੀਂ, ਜਿਹੜਾ ਵੀ ਪਾਠ ਕਰਨਾ ਲਗ ਮਾਤਰ ਸਿਹਾਰੀ ਦੇ ਨਾਲ, ਬਿਹਾਰੀ ਦਾ, ਮਾਤਰਾ ਦਾ, ਧੁਨੀ ਦਾ, ਉਹਦੀ ਲੈ ਦਾ, ਉਹਦੀ ਚਾਲ ਦਾ ਖਿਆਲ ਰੱਖ ਕੇ ਕਰਨਾ ਹੈ। ਇਸ ਤਰ੍ਹਾਂ ਬੜੀ ਵਿਧੀ ਨਾਲ ਸਤਿਗੁਰੂ ਜੀ ਪਾਠ ਕਰਨ ਲੱਗੇ ਹਨ ਚੰਡੀ ਦਾ। ਸਵਾਹਾ ਕਹੈ ਆਹੁਤੀ ਕੋ ਡਾਰੇ, ਜਦੋਂ ਸਵਾਹਾ ਉਚਾਰਨ ਹੁੰਦਾ ਉਸ ਵੇਲੇ ਮਹਾਰਾਜ ਆਹੂਤੀ ਪਾਉਂਦੇ ਹਨ, ਸੋਮਨਸ ਅਰਪਤ ਧੂਪ ਥੁਕਾਵਤ, ਤੇ ਫੁੱਲ ਅਰਪਣ ਕਰਦੇ ਹਨ, ਧੂਪ ਤੁਖਾਉਂਦੇ ਹਨ, ਕਿਤ ਕੇ ਦੀਪਕ ਕਿਤਕ ਜਗਾਵਤ, ਔਰ ਘਿਓ ਦੇ ਦੀਵੇ ਬਾਲ ਕੇ ਆਲੇ ਦੁਆਲੇ ਰੱਖੇ ਗਏ ਹਨ, ਵਾਤਾਵਰਣ ਨੂੰ ਸ਼ੁੱਧ ਰੱਖਣ ਵਾਸਤੇ ਤੇ ਪ੍ਰਕਾਸ਼ ਕਰਨ ਵਾਸਤੇ। ਚੰਦਨ ਚਰਚਾ ਛਿਰਕ ਗੁਲਾਬ,
ਔਰ ਚੰਦਨ ਦਾ ਛਿੜਕਾਓ ਕੀਤਾ ਜਾ ਰਿਹਾ ਹੈ, ਗੁਲਾਬ ਦਾ ਜਲ ਸਾਰੇ ਪਾਸੇ ਛਿੜਕਿਆ ਸੁਗੰਧੀ ਵਾਸਤੇ। ਜਿਸ ਮਹਿਕਤ ਗੰਧ ਸਿਤਾਬ, ਚਾਰੇ ਪਾਸੇ ਮਹਿਕਾਂ ਉੱਠ ਰਹੀਆਂ ਨੇ, ਬੜੀ ਸੁਗੰਧੀ ਆ ਰਹੀ ਹੈ। ਹੂਮ ਹੋਮ ਕੋ ਉਠਿਓ ਅਚੇਰੇ, ਬੜਾ ਹਵਨ ਦਾ ਧੂੰਆਂ ਉੱਪਰ ਨੂੰ ਉੱਠਿਆ ਹੈ। ਧਾਰ ਗਗਨ ਪਹੁੰਚੀ ਸੁਰ ਨੇਰੇ, ਉਹਨਾਂ ਦੀ ਜਿਹੜੀ ਧੂਏ ਦੀ ਧਾਰ ਹੈ ਨਾ, ਉਹ ਦੇਵਲੋਕ ਤੱਕ ਜਾ ਪਹੁੰਚੀ ਹੈ। ਇਹਨਾਂ ਗੱਲਾਂ ਨੂੰ ਸਾਧ ਸੰਗਤ ਜੀ ਫਿਜ਼ੀਕਲ ਤੌਰ ਤੇ ਜੇ ਕੋਈ ਲੱਭਣ ਲੱਗ ਪਿਆ ਤੇ ਨਹੀਂ ਲੱਭਣੀਆਂ, ਇਹਦਾ ਅਧਿਆਤਮਿਕ ਤੌਰ ਤੇ ਹੀ ਲੱਭਣੀਆਂ ਨੇ। ਜਿਹਦੀ ਸੁਰਤ ਜੁੜੀ ਉਹਨੂੰ ਪਤਾ ਲੱਗਣਾ, ਤੇ ਬਾਕੀਆਂ ਨੇ ਰੌਲਾ ਹੀ ਪਾਉਣਾ ਹੁੰਦਾ। ਸੋ ਕਹਿੰਦੇ ਜਦੋਂ ਆਕਾਸ਼ ਮੰਡਲ ਨੂੰ ਗਈ ਹੈ ਨਾ, ਉਹ ਦੇਵਲੋਕ ਤੱਕ ਸੁਗੰਧੀ ਪਹੁੰਚੀ ਹੈ। ਮੰਤਰ ਪਾਠ ਕੋ ਭਾਖਤ ਜਿਉ ਜਿਉ, ਜਿਉਂ ਜਿਉਂ ਮੰਤਰ ਦਾ ਪਾਠ ਸਤਿਗੁਰੂ ਜੀ ਕਰੀ ਜਾਂਦੇ ਅਚਕੜੇ ਛੰਦ ਦਾ, ਆਹੁਤੀ ਪਰ ਹੈ ਹੁਤਾਸਨ ਤਿਉ ਤਿਉ, ਤਿਉਂ ਤਿਉਂ ਆਹੁਤੀ ਪੈਂਦੀ ਹੈ ਤੇ ਅਗਨੀ ਹੋਰ ਪ੍ਰਗਟ ਹੁੰਦੀ ਹੈ। ਆਦਿ ਸ਼ਕਤ ਕੋ ਧਾਰਤ ਧਿਆਨਾ, ਆਦ ਸ਼ਕਤੀ ਦਾ ਧਿਆਨ ਧਰ ਕੇ, ਇਹ ਕਿਸੇ ਦੇਵੀ ਦਾ ਧਿਆਨ ਨਹੀਂ ਜਿਹੜੀਆਂ ਆਮ ਲੋਕੀ ਦੇਵੀਆਂ ਨੂੰ ਮੰਨਦੇ ਨੇ, ਕੋਈ ਮਰੀ ਮਾਤਾ, ਕੋਈ ਹੋਰ ਦੇਵੀ ਹੈ, ਤਾਂ ਸਾਰੀਆਂ ਪਰਮੇਸ਼ਰ ਦੀਆਂ ਸ਼ਕਤੀਆਂ ਨੇ। ਪਰ ਸਾਧ ਸੰਗਤ ਜੀ ਪੂਜਣ ਵਾਲਿਆਂ ਦੀ ਸੁਰਤ ਨਹੀਂ ਉੱਥੇ ਜਾਂਦੀ। ਆਖੋ ਸਤਨਾਮ ਸ੍ਰੀ। ਸਾਡੇ ਪੂਜਣ ਵਿੱਚ ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਪੂਜਨ ਵਿੱਚ ਬੜਾ ਫਰਕ ਹੈ। ਉਹ ਬ੍ਰਹਮ ਗਿਆਨ ਦੀ ਬਿਰਤੀ ਨਾਲ ਉਸ ਰੂਪ ਨੂੰ ਤੱਕ ਰਹੇ ਹਨ, ਉਹਦੇ ਵਿੱਚ ਲੀਨ ਹੋ ਰਹੇ ਹਨ, ਉਹਦਾ ਧਿਆਨ ਕਰ ਰਹੇ, ਬਿਰਤੀ ਨੂੰ ਸਮਾਹਿਤ ਕਰ ਰਹੇ ਹਨ। ਅਸੀਂ ਲੋਕ ਤਾਂ ਆਪਣੇ ਸਵਾਰਥਾਂ ਦੇ ਲਈ ਪਹਿਲਾਂ ਹੀ ਮੰਗ ਰੱਖੀ ਹੁੰਦੀ, ਮੇਰੇ ਕਾਕੇ ਦੀ ਕੁੜਮਾਈ ਹੋਵੇ, ਦੁਕਾਨ ਤੇ ਗਾਹਕ ਚੰਗੇ ਆਉਣ। ਧਿਆਨ ਤਾਂ ਸਾਡਾ ਇਹਨਾਂ ਮੰਗਾਂ 'ਚ ਹੁੰਦਾ। ਸਾਨੂੰ ਦੇਵੀ ਸ਼ਕਤੀ ਦਾ ਕੀ ਪਤਾ ਵੀ ਕੀ ਚੀਜ਼ ਹੈ। ਆਪਣਾ ਕੰਮ ਕੀਤਾ ਤੇ ਤੂੰ ਕੌਣ ਤੇ ਮੈਂ ਕੌਣ। ਭਾਵੇਂ ਕਿਸੇ ਮੰਦਿਰ ਜਾਓ, ਗੁਰਦੁਆਰੇ ਜਾਓ, ਮਸੀਤ ਜਾਓ, ਇਹ ਮੈਟਰ ਵੱਖਰਾ ਹੈ, ਪਰ ਮੰਗ ਇਨਸਾਨ ਦੀ ਪਦਾਰਥਾਂ ਦੀ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੀਆਂ ਸਾਰੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਸਮਾਹਿਤ ਕਰ ਲਿਆ, ਸੁਰਤ ਨੂੰ ਉਹਦੇ ਵਿੱਚ ਲੀਨ ਕਰ ਲਿਆ। ਜੋ ਪਰਮ ਸ਼ਕਤੀ ਆਦ ਭਵਾਨੀ ਈਸ਼ਰੀ ਮਾਇਆ ਜਾਂ ਕੋ ਨਾਮ, ਇਸ ਬਿਨ ਸਰੇ ਨਾ ਏਕ ਸਿਨ ਪੂਰਨ ਹੋਤ ਨਾ ਕਾਮ। ਜਿਸ ਅਕਾਲ ਪੁਰਖ ਦੀ ਸ਼ਕਤੀ ਤੋਂ ਬਿਨਾਂ ਇਹ ਸੰਸਾਰ ਦਾ ਕੋਈ ਕੰਮ ਨਹੀਂ ਹੋ ਸਕਦਾ। ਉਸ ਪਰਮ ਸੱਤਾ ਦੇ ਨਾਲ ਸਤਿਗੁਰੂ ਜੀ ਸੁਰਤ ਜੋੜ ਬੈਠੇ ਹਨ। ਇਕ ਤੋ ਚਤੁਰਭੁਜੀ ਬਲਵਾਨਾ, ਉਹ ਚਤੁਰਭੁਜੀ ਹੈ, ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ। ਉਹ ਸ਼ਕਤੀ ਦੇ ਅਨੇਕ ਰੂਪ ਹਨ, ਕਿਤੇ ਅਸ਼ਟਭੁਜੀ ਕਿਹਾ, ਕਿਤੇ ਚਤੁਰਭੁਜੀ ਕਿਹਾ। ਚਤੁਰ ਦਿਸ਼ਾ ਉੱਤਰ ਦੱਖਣ ਪੂਰਬ ਪੱਛਮ, ਈਸਟ ਵੈਸਟ ਨਾਰਥ ਤੇ ਸਾਊਥ, ਇਹ ਚਤੁਰਭੁਜੀ ਹੈ। ਚਾਰੇ ਪਾਸੇ ਜਿਹੜੀ ਸ਼ਕਤੀ ਹੈ, ਚਤੁਰ ਦਿਸ਼ਾ ਕੀਨੋ ਬਲ ਆਪਣਾ, ਜਿਨ੍ਹਾਂ ਨੇ ਆਪਣੀ ਸ਼ਕਤੀ ਸਾਰੇ ਪਾਸੇ ਕੀਤੀ ਹੋਈ ਪ੍ਰਗਟ। ਜਿੱਧਰ ਮਰਜ਼ੀ ਚਲੇ ਜਾਓ, ਅਕਾਲ ਪੁਰਖ ਦੀ ਸ਼ਕਤੀ ਹਰ ਜਗ੍ਹਾ ਤੇ ਵਿਦਮਾਨ ਹੈ। ਚੰਦਰ ਸੇਖਰੀ ਆਯੁਧ ਧਰਨੀ, ਚੰਦਰ ਸੇਖਰੀ ਜੋ ਭਗਵਾਨ ਸ਼ਿਵ ਜੀ ਹਨ, ਉਹਨਾਂ ਦੇ ਮੱਥੇ ਤੇ ਚੰਦਰਮਾ ਧਾਰਨ ਕੀਤਾ ਹੋਇਆ। ਜੋ ਸ਼ਿਵ ਦੀ ਸ਼ਕਤੀ ਹੈ, ਪਾਰਬਤੀ ਹੈ, ਜੋ ਜਿਸ ਨੂੰ ਸਾਧ ਸੰਗਤ ਜੀ ਚੰਡੀ ਕਹਿੰਦੇ, ਸ਼ਸਤਰ ਧਾਰੀ ਹੈ। ਉਹ ਉਗਰ ਤੇਜ ਦੁਸ਼ਟਨ ਕੋ ਦਰਨੀ, ਬੜਾ ਉਗਰ ਤੇਜ ਆ, ਉਹਦਾ ਬੜਾ ਭਿਆਨਕ ਡਰਾਉਣਾ ਸਰੂਪ ਹੈ। ਦੁਸ਼ਟਾਂ ਦਾ ਨਾਸ ਕਰਨ ਵਾਲੀ, ਦੁਰਜਨਾਂ ਨੂੰ ਦਲ ਸੁੱਟਣ ਵਾਲੀ ਹੈ। ਕਿਰਪਾ ਠਾਨ ਦਾਸਨ ਕੀ ਰੱਖਿਅਕ, ਉਹ ਕਿਰਪਾ ਕਰਕੇ ਆਪਣੇ ਦਾਸਾਂ ਦੀ ਰੱਖਿਆ ਕਰਦੀ, ਹਰ ਜੁਗ ਜੁਗ ਭਗਤ ਉਪਾਇਆ। ਪੈਜ ਰੱਖਦਾ ਆਇਆ RAM ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਇੱਕੋ ਹੀ ਹੈ, ਪੁਰਖ ਰੂਪ ਵਿੱਚ ਪੂਜਾ ਕਰ ਲਓ, ਇਸਤਰੀ ਰੂਪ ਵਿੱਚ ਕਰ ਲਓ, ਉਹ ਸ਼ਕਤੀ ਇੱਕੋ ਹੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸ ਪਰਮ ਸੱਤਾ ਨੂੰ ਮਹਾਰਾਜ 10ਵੇਂ ਪਾਤਸ਼ਾਹ ਯਾਦ ਕਰ ਰਹੇ ਹਨ। ਕ੍ਰੋਧ ਭੂਰ ਤੇ ਦੁਰਜਨ ਭਖਿਅਕ, ਜਦੋਂ ਵੀਰ ਰਸ ਵਿੱਚ ਆ ਜਾਂਦੀ ਹੈ ਨਾ, ਬਹੁਤ ਕ੍ਰੋਧ ਵਿੱਚ ਆ ਕੇ ਫਿਰ ਦੁਰਜਨਾਂ ਨੂੰ, ਪਾਪੀਆਂ ਨੂੰ, ਦੁਸ਼ਟਾਂ ਨੂੰ ਖਾ ਜਾਂਦੀ ਹੈ। ਇਸ ਤੇ ਅਸ਼ਟਭੁਜੀ ਕੋ ਧਿਆਨਾ, ਅਸ਼ਟਭੁਜੀ 8 ਪਾਸੇ ਜਿਹੜੀਆਂ 8 ਕੋਣਾਂ ਨੇ ਸਾਧ ਸੰਗਤ ਜੀ, 4 ਤਾਂ ਵੱਡੀਆਂ ਨੇ, ਈਸਟ ਵੈਸਟ ਨਾਰਥ ਤੇ ਸਾਊਥ, ਪੂਰਬ ਪੱਛਮ ਉੱਤਰ ਦੱਖਣ, ਤੇ 4 ਵਿਚਲੀਆਂ ਕੋਣਾਂ ਨੇ, ਈਸ਼ਾਨ ਕੌਣ, ਅਗਨੀ ਕੌਣ, ਵਾਵੀ ਕੌਣ, ਨੈਰਤ ਕੌਣ। 4 ਕੋਣਾਂ ਤੇ 4 ਦਿਸ਼ਾ, ਕਿੰਨੀਆਂ ਹੋ ਗਈਆਂ? 8। 8 ਬਾਹਾਂ ਦੇ ਉਹਦੀਆਂ 8 ਬਾਹਾਂ ਹਨ, ਤੇ ਇੱਕ ਬਾਂਹ 'ਚ ਤਲਵਾਰ ਹੈ, ਇੱਕ 'ਚ ਚੱਕਰ ਹੈ, ਇੱਕ 'ਚ ਗਦਾ ਹੈ, ਇੱਕ ਵਿੱਚ ਸੰਖ ਹੈ, ਇੱਕ ਵਿੱਚ ਤੀਰ ਕਮਾਨ ਹੈ। ਇੱਕ ਇਸ ਤਰ੍ਹਾਂ ਸ਼ਸਤਰਾਂ ਨਾਲੋਂ ਲੈਸ ਸ਼ਕਤੀ ਜਿਹੜੀ ਹੈ, ਪਾਵਰਫੁਲ ਸ਼ਕਤੀ ਜਿਹੜੀ ਹੈ, ਚਾਰੇ ਪਾਸੇ ਜਿਹਦਾ ਪ੍ਰਕਾਸ਼ ਹੈ, 8 ਪਾਸੇ ਜਿਹਦਾ ਪ੍ਰਕਾਸ਼ ਹੈ, 10 ਦਿਸ਼ਾ ਵਿੱਚ ਜਿਹਦਾ ਪ੍ਰਕਾਸ਼ ਹੈ, ਸਰਬ ਕਾਲ ਜਿਹਦਾ ਪ੍ਰਕਾਸ਼ ਹੈ,
ਉਸ ਪਰਮੇਸ਼ਰ ਦੀ ਸ਼ਕਤੀ ਦਾ ਧਿਆਨ ਧਰਨ ਲੱਗੇ ਹਨ। ਜਵਾਲਾ ਮੁਖ ਤੇ ਬਮਤ ਮਹਾਨਾ, ਜਿਹਦੇ ਮੂੰਹ ਚੋਂ ਅੱਗ ਨਿਕਲਦੀ ਹੈ। ਕਦੀ ਉਗਰਦੰਤੀ ਦਾ ਪਾਠ ਕਰੋ, 10ਵੇਂ ਪਾਤਸ਼ਾਹ ਦੀ ਬਾਣੀ ਹੈ ਉਗਰਦੰਤੀ ਸ੍ਰੀ ਪਟਨੇ ਸਾਹਿਬ ਵਾਲੇ ਸਰੂਪ ਵਿੱਚ ਵਿਦਮਾਨ ਹੈ। ਨਮੋ ਤੋਪ ਬੰਦੂਕ ਗੋਲਾ ਚਲੰਤੀ, ਨਮੋ ਕੋਟਗੜ ਕੋ ਧਮਕ ਸੇ ਉਡੰਤੀ। ਜਿਵੇਂ ਹੁਣ ਬੰਦੂਕ ਜਾਂ ਤੋਪ ਚੱਲੇ, ਉਹ ਚ ਮੂੰਹ ਚੋਂ ਕੀ ਨਿਕਲਦਾ? ਅੱਗ ਹੀ ਨਿਕਲਦੀ ਹੈ ਨਾ। ਤੇ ਇਸ ਕਰਕੇ ਜਿਹਦੇ ਮੂੰਹ ਚੋਂ ਅੱਗ ਨਿਕਲਦੀ ਹੈ, ਵੈਰੀਆਂ ਨੂੰ ਸਾੜ ਸੁੱਟਣ ਵਾਲੀ ਸ਼ਕਤੀ ਹੈ। ਲਾਲ ਬਿਲੋਚਨ ਮੁੰਡਨ ਮਾਲੀ, ਜਿਹਦੇ ਨੇਤਰ ਲਾਲ ਹਨ। ਜਦੋਂ ਸੂਰਮਾ ਜੰਗ ਵਿੱਚ ਲੜ ਰਿਹਾ ਹੁੰਦਾ, ਬਾਬਾ ਦੀਪ ਸਿੰਘ ਵਰਗਾ, ਬਾਬਾ ਬਚਿੱਤਰ ਸਿੰਘ ਵਰਗਾ, ਉਹਦੇ ਨੇਤਰ ਕਿੱਦਾਂ ਦੇ ਹੁੰਦੇ ਆ? ਉਹਦੇ ਨੇਤਰਾਂ 'ਚ ਲਾਲੀ ਹੁੰਦੀ ਹੈ, ਬੀਰਤਾ ਹੁੰਦੀ ਹੈ। ਜਦੋਂ ਕੋਈ ਸਾਧੂ ਮਹਾਤਮਾ ਮਾਲਾ ਫੜ ਕੇ ਬਹਿ ਕੇ ਸਿਮਰਨ ਕਰ ਰਿਹਾ ਹੁੰਦਾ, ਉਹਦੇ ਅੱਖਾਂ ਵਿੱਚ ਸ਼ਾਂਤੀ ਹੁੰਦੀ ਹੈ, ਉਹਦੇ ਅੱਖਾਂ 'ਚ ਇੱਕ ਮੱਧਾ ਨਾਮ ਦਾ ਨਸ਼ਾ ਹੁੰਦਾ ਹੈ। ਉਹ ਵੀ ਪਰਮੇਸ਼ਰ ਦਾ ਰੂਪ ਹੈ। ਪਰ ਸਾਧ ਸੰਗਤ ਜੀ, ਗੱਲ ਇੱਥੇ ਮੁੱਕ ਤਾਂ ਨਹੀਂ ਨਾ ਜਾਂਦੀ। ਦੂਜਾ ਪਾਸਾ ਵੀ ਹੈ, ਜਦੋਂ ਸੂਰਮਾ ਲੜ ਰਿਹਾ ਹੁੰਦਾ, ਉਹਦੀਆਂ ਅੱਖਾਂ 'ਚ ਲਾਲੀ ਹੁੰਦੀ ਹੈ। ਇਹ ਅਕਾਲ ਪੁਰਖ ਦੀ ਸ਼ਕਤੀ ਦਾ ਸਰੂਪ ਦੱਸ ਰਹੇ ਨੇ। ਕਹਿੰਦੇ ਮੁੰਡਾਂ ਦੀ ਮਾਲਾ ਗਲ ਵਿੱਚ ਪਾਈ ਹੋਈ ਹੈ, ਤੇ ਜਿਵੇਂ ਸੰਤਾਂ ਮਹਾਤਮਾ ਦੇ ਗਲ ਫੁੱਲਾਂ ਦੇ ਹਾਰ ਪੈਂਦੇ ਨੇ, ਇੱਦਾਂ ਸੂਰਮੇ ਉਸ ਸ਼ਕਤੀ ਦਾ ਜਦੋਂ ਉਹਦਾ ਤੇ ਸਵਾਰੀ ਹੋ ਜਾਂਦੀ ਹੈ ਨਾ, ਉਦੋਂ ਫਿਰ ਸਿਰ ਵੱਢ ਵੱਢ ਕੇ ਉਹਦੀ ਮਾਲਾ ਬਣਾ ਲੈਂਦੇ ਨੇ। ਮੁੰਡਨ ਮਾਲੀ, ਗਲ ਵਿੱਚ ਮੁੰਡਾਂ ਦੀ ਮਾਲਾ ਪਾਈ ਹੋਈ ਹੈ। ਛੋਟੇ ਬਾਲ ਘਰਾਲ ਵਿਸਾਲੀ, ਤੇ ਉਹ ਸ਼ਕਤੀ ਦੇ ਕੇਸ ਖੁੱਲੇ ਹੋਏ ਨੇ। ਬਾਲ ਜਿਹੜੇ ਨੇ ਬੜੇ ਭਿਆਨਕ ਨੇ। ਇੱਕ ਵਾਰੀ ਇਹ ਬਚਨ ਜਦੋਂ ਦਸਮ ਦੀ ਬਾਣੀ 'ਚ ਵੀ ਆਉਂਦੇ ਨੇ, ਭਾਈ ਸਾਹਿਬ ਜੀ ਵੀ ਇੱਥੇ ਲਿਖ ਰਹੇ ਨੇ, ਤੇ ਅਸੀਂ ਕਥਾ ਕਰਕੇ ਉੱਠੇ ਤਾਂ ਇੱਕ ਪ੍ਰੇਮੀ ਆ ਕੇ ਕਹਿੰਦਾ, ਜੀ ਇਹ ਤਾਂ ਗੁਰਬਾਣੀ ਵਿੱਚ ਤਾਂ ਅਕਾਲ ਪੁਰਖ ਦਾ ਇਹ ਸਰੂਪ ਦੱਸਿਆ ਹੀ ਨਹੀਂ। ਗੁਰਬਾਣੀ 'ਚ ਤਾਂ ਇਹ ਲਿਖਿਆ ਹੈ, ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਮੜੇ ਵਾਲਾ। ਬੜੇ ਸੋਹਣੇ ਰੂਪ 'ਚ ਇੱਥੇ ਲਿਖਿਆ ਵੀ ਵਾਲ ਖਿਲਰੇ ਹੋਏ, ਅੱਖਾਂ ਲਾਲ, ਤੇ ਬੜਾ ਡਰਾਣਾ ਰੂਪ ਲਿਖਿਆ। ਇਹ ਰੂਪ ਮਹਾਰਾਜ ਦਾ, ਪਰਮੇਸ਼ਰ ਦਾ ਗੁਰਮਤਿ ਨਹੀਂ ਮੰਨਦੀ। ਮੈਂ ਕਿਹਾ ਗੁਰਮਤਿ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹੈਗਾ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੀ ਹੈ। ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ। ਤਾਂ ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਪੂਰਾ ਪੜ੍ਹ ਲੈਣਾ ਸੀ। ਗੁਰੂ ਗ੍ਰੰਥ ਸਾਹਿਬ 'ਚ ਇਹ ਵੀ ਲਿਖਿਆ, ਲੱਟ ਛੂਟੀ ਵਰਤੈ ਬਿਕਰਾਲ। ਬਿਕਰਾਲ ਮੈਨੇ ਡਰਾਉਣਾ, ਭਿਆਨਕ ਰੂਪ। ਲੱਟ ਛੂਟੀ ਮੈਨੇ ਲਿਟਾਂ ਖਿਲਰੀਆਂ ਹੋਈਆਂ, ਕੇਸ ਖਿਲਰੇ ਹੋਏ। ਲੱਟ ਛੂਟੀ ਵਰਤੈ ਬਿਕਰਾਲ, ਕੋਟ ਕਲਾਂ ਖੇਲੈ ਗੋਪਾਲ। ਪਰਮੇਸ਼ਰ ਦਾ ਕਰੋੜਾਂ ਕਲਾਂ 'ਚ ਖੇਡ ਰਿਹਾ। ਪਰਮੇਸ਼ਰ ਦਾ ਇੱਕ ਰੂਪ ਥੋੜਾ ਵੀ ਉਹ ਮਾਲਾ ਹੀ ਫੜ ਕੇ ਬੈਠਾ ਹੋਵੇ, ਨਹੀਂ, ਉਹ ਤੇਗ ਫੜ ਕੇ ਵੀ ਬੈਠਾ ਹੈ। ਨਮੋ ਜੁਧ ਜੁਧੇ, ਨਮੋ ਸ਼ਾਂਤ ਰੂਪੇ। ਸ਼ਾਂਤ ਰੂਪ ਵੀ ਹੈ ਤੇ ਜੁਧ ਰੂਪ ਵੀ ਹੈ। ਇਸ ਕਰਕੇ ਇੱਥੇ ਜਿਹੜਾ ਸਰੂਪ ਆ ਰਿਹਾ ਨਾ, ਸਾਧ ਸੰਗਤ ਜੀ, ਇਹ ਸੁਣ ਕੇ ਸ਼ੰਕਾ ਨਹੀਂ ਕਰਨਾ। ਇਹ ਗੁਰੂ ਗ੍ਰੰਥ ਸਾਹਿਬ 'ਚ ਵੀ ਲਿਖਿਆ ਹੋਇਆ ਹੈ, ਲੱਟ ਛੂਟੀ ਵਰਤੈ ਬਿਕਰਾਲ। ਭਗਤ ਕਬੀਰ ਸਾਹਿਬ ਜੀ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਕਿ ਬੜੇ ਭਿਆਨਕ ਸਰੂਪ ਵਾਲਾ ਉਹ ਅਕਾਲ ਪੁਰਖ ਹੈ, ਕੋਟ ਕਲਾਂ 'ਚ ਖੇਡ ਰਿਹਾ ਹੈ। ਹਾਂਜੀ, ਦਾਰੁਣ ਤੁੰਡਾ ਚੰਡ ਕਪਾਲੀ, ਉਹ ਸ਼ਕਤੀ ਦਾ ਮੂੰਹ ਜਿਹੜਾ ਬੜਾ ਦਾਰੁਣ ਭਿਆਨਕ ਹੈ, ਜਿਵੇਂ ਬੱਬਰ ਸ਼ੇਰ ਦਾ ਹੁੰਦਾ। ਤੇ ਚੰਡੀ ਹੱਥ ਵਿੱਚ ਕਪਾਲ ਖੋਪਰ ਲੈ ਕੇ ਭਰ ਭਰ ਕੇ ਲਹੂ ਭਰ ਭਰ ਪੀਂਦੀ ਹੈ। ਅੰਗ ਦਿਗੰਬਰ ਭੀਖਣ ਕਾਲੀ, ਔਰ ਉਹਦੇ ਨੰਗੇ ਅੰਗ ਜਿਹੜੇ ਨੇ ਕਾਲੇ ਰੰਗ ਦੇ। ਮੌਤ ਦਾ ਰੂਪ ਕੀ ਹੈ? ਕਾਲਾ। ਸਾਧ ਸੰਗਤ ਜੀ, ਸਾਡੇ ਨਾਲੋਂ ਤਾਂ ਗੋਰੇ ਸਿਆਣੇ ਨੇ। ਉੱਥੇ ਜਿਹੜੇ ਜਿੱਥੇ ਫਿਊਨਲ ਹੋਮ ਦੇ ਵਿੱਚ ਮੁਰਦਿਆਂ ਦਾ ਸੰਸਕਾਰ ਹੁੰਦਾ ਨਾ, ਬਾਹਰਲੇ ਮੁਲਕਾਂ ਵਿੱਚ, ਉੱਥੇ ਜਿਹੜਾ ਬੰਦਾ ਰੱਖਿਆ ਹੁੰਦਾ ਉਹ ਕਾਲੇ ਕੱਪੜੇ ਪਾ ਕੇ ਰੱਖਦਾ। ਅੱਜ ਵੀ ਜਦੋਂ ਫਾਂਸੀ ਦਿੰਦੇ ਨੇ, ਉਦੋਂ ਵੀ ਕਾਲੇ ਕੋਟ ਮੂੰਹ ਤੇ ਪਾਉਂਦੇ ਨੇ। ਕਾਲਾ ਰੰਗ ਮੌਤ ਦਾ ਪ੍ਰਤੀਕ ਹੈ, ਕਾਲਾ ਰੰਗ ਕਾਲ ਦਾ ਰੂਪ ਹੈ। ਤੋ ਇਸ ਕਰਕੇ ਉਹ ਕਾਲੇ ਰੂਪ ਦੇ ਵਿੱਚ, ਭਿਆਨਕ ਰੂਪ ਦੇ ਵਿੱਚ ਦਰਸਾਈ ਗਈ ਸ਼ਕਤੀ ਅਕਾਲ ਪੁਰਖ ਦੀ। ਮੌਤ ਦਾ ਰੂਪ ਹੀ ਕਾਲਾ ਹੈ। ਮੌਤ ਹਨੇਰਾ ਕਰਦੀ। ਜਦੋਂ ਬੰਦਾ ਮਰਦਾ, ਉਹਦੀ ਬਿਰਤੀਆਂ ਸਮਾਹਿਤ ਹੁੰਦੀਆਂ ਨੇ, ਉਸ ਵੇਲੇ ਚਾਰੇ ਪਾਸੇ ਆ ਜਿਹੜਾ ਸੰਸਾਰ ਹੈ ਦਿਸਣੋਂ ਹਟ ਜਾਂਦਾ, ਹਨੇਰਾ ਹੁੰਦਾ। ਮੌਤ ਦਾ ਰੂਪ ਕੀ ਹੈ? ਵੀ ਆਹ ਦਿਸਣੋਂ ਹਟ ਗਿਆ। ਦਿਸਣਾ ਕਦੋਂ ਹਟੇਗਾ? ਹਨੇਰੇ ਵਿੱਚ। ਇਸ ਕਰਕੇ ਇਹ ਸਰੂਪ ਦੱਸਿਆ ਜਾ ਰਿਹਾ ਵੀ ਉਹ ਛੂਟੇ ਬਾਲ ਕਰਾਲ ਵਿਸਾਲੀ, ਦਾਰਨ ਤੁੰਡਾ ਚੰਡ ਕਪਾਲੀ। ਹਾਂਜੀ, ਦਾੜਨ ਦੀ ਰਗ ਪੰਕਤ ਵਾਲੀ, ਤੇ ਵੱਡੀਆਂ ਵੱਡੀਆਂ ਦਾੜਾਂ ਨੇ ਉਹਦੀਆਂ, ਜਿਹਦੇ ਵਿੱਚ ਦਬ ਚੱਬ ਜਾਂਦੀ ਹੈ। ਜਿਵੇਂ ਬੱਬਰ ਸ਼ੇਰ ਦੀਆਂ ਜੜ੍ਹਾਂ ਹੁੰਦੀਆਂ, ਜਿਹੜੀ ਚੀਜ਼ ਨੂੰ ਮੂੰਹ ਪਾ ਲਵੇ ਚੱਬ ਜਾਂਦਾ। ਇੱਦਾਂ ਅਕਾਲ ਪੁਰਖ ਦੀ ਸ਼ਕਤੀ, ਕਾਲ ਰੂਪੀ ਚੰਡੀ, ਇਹ ਸਾਰੇ ਬ੍ਰਹਮੰਡ ਨੂੰ ਚੱਬ ਜਾਂਦੀ ਹੈ। ਉਹ ਸਭ ਨੂੰ ਖਾ ਜਾਂਦੀ ਹੈ। ਕਾਲ ਹੀ ਪਾਏ ਭਇਓ ਭਗਵਾਨ, ਸੋ ਜਾਗਤ ਜਾਂ ਜਗ ਜਾਂ ਕੀ ਕਲਾ ਹੈ।
ਕਾਲ ਹੀ ਪਾਏ ਭਇਓ ਬ੍ਰਹਮਾ ਸ਼ਿਵ, ਕਾਲ ਹੀ ਪਾਏ ਭਇਓ ਜੁਗਿਆ ਹੈ। काल ही पाए सुरासुर गंधर्व, जच पुचंग दिशा विदिशा है। और सकाल सबे बस काल के, एक ही काल अकाल सदा है। एक अकाल पुरख नूं छड्ड के बाकी सब एक काल दा भोजन है। इस संसार विच कुछ नहीं रहना, चंद सूरज भी नहीं रहने, धरत आकाश पताल है चंद सूर विनाशी। 10वें पातशाह ने लिखिया धरती भी नहीं रहनी, चंद सूरज भी नहीं रहने। ਤੇ ਅੱਜ ਸਾਇੰਸ ਵਾਲੇ ਵੀ ਮੰਨਦੇ ਨੇ ਵੀ ਇਸ ਬ੍ਰਹਮੰਡ ਦੇ ਵਿੱਚ ਇੱਕ ਬਲੈਕ ਹੋਲ ਨੇ, ਬਲੈਕ ਹੋਲ। ਉਹ ਬਲੈਕ ਹੋਲ ਦੇ ਵਿੱਚ ਕਹਿੰਦੇ ਵੱਡੇ ਵੱਡੇ ਸੂਰਜ ਤਾਰੇ ਗ੍ਰਹਿ ਡਿੱਗਦੇ ਨੇ, ਮੁੜ ਕੇ ਪਤਾ ਹੀ ਨਹੀਂ ਲੱਗਦਾ ਕਿੱਥੇ ਗਏ। ਜਿਵੇਂ ਆਪਾਂ ਘਰ ਦਾ ਕੂੜਾ ਡਸਟਬਿਨ 'ਚ ਸੁੱਟ ਦਿੰਦੇ ਹਾਂ ਨਾ, ਇੱਦਾਂ ਜਿਹੜੇ ਚੰਦਰਮਾ ਸੂਰਜ ਤਾਰੇ ਰੋਜ਼ ਲੱਖਾਂ ਦੇ ਹਿਸਾਬ ਨਾਲ ਜੰਮ ਰਹੇ ਨੇ, ਲੱਖਾਂ ਦੇ ਹਿਸਾਬ ਨਾਲ ਮਰ ਰਹੇ ਨੇ। ਵਾਹਿਗੁਰੂ ਦੀ ਰਚਨਾ ਬੇਅੰਤ ਹੈ। ਉਹ ਜਿਹੜੀ ਕਾਲ ਦੀ ਰਚਨਾ ਹੈ ਉਹਦਾ ਇਹ ਸਰੂਪ ਹੈ। ਉਹਦੀਆਂ ਜੜ੍ਹਾਂ ਬੜੀਆਂ ਭਿਆਨਕ ਨੇ, ਉਹ ਕਿਸੇ ਨੂੰ ਨਹੀਂ ਛੱਡਦੀਆਂ। ਰਾਵਣ ਵਰਗੇ ਜਿਨ੍ਹਾਂ ਨੇ ਕਾਲ ਪਾਵੇ ਨਾ ਬੰਨਿਆ ਉਹਨੂੰ ਵੀ ਖਾ ਗਈਆਂ। ਇਸ ਕਰਕੇ ਐਸੀ ਉਹਦਾ ਚੰਡੀ ਦਾ ਸਰੂਪ ਹੈ। ਸੱਪ ਫੁੰਕਾਰੇ ਹੱਥ ਕਰਾਲੀ, ਤੇ ਹੱਥ ਵਿੱਚ ਉਹਦੇ ਸੱਪ ਫੜੇ ਹੋਏ ਨੇ, ਫੁੰਕਾਰੇ ਮਾਰਦੇ ਨੇ। ਸੱਪ ਵੀ ਮੌਤ ਦਾ ਪ੍ਰਤੀਕ ਹੈ। ਸ਼ਿਵ ਜੀ ਨੇ ਗਲ ਵਿੱਚ ਸਿੰਬੋਲਿਕ ਸੱਪ ਪਾਇਆ ਹੋਇਆ। ਉਹਦਾ ਮਤਲਬ ਹੈ मारे 5वें गुरु नानक तेग बहादुर साहब के बचन ने, काल ब्याल ज्यों परयो डोलै, मुख पसारे मीत, आज काल फुन तोहे गरस है, समझ राखो चीत, कह नानक राम भज लै जात अवसर बीत। ये काल भयानक सप की तरह फुंकारे मार रहा है। वो चंडी के हथ में मौत है, चंडी के हथ में काल रूपी सप हैं। चरमंग शुष्का नखन विशाली, कहते जिहदा चमड़ी जिहड़ी है ना सुक्की पई है, ਜਦੋਂ ਮੌਤ ਆਉਂਦੀ ਹੈ ਨਾ ਉਦੋਂ ਬੰਦੇ ਦੀ ਸਾਧ ਸੰਗਤ ਦੀ ਚਮੜੀ ਸਕਿਨ ਤੁਸੀਂ ਵੇਖੀ ਹੈ ਨਾ, ਮੁਰਦੇ ਦੀ ਖੁਸ਼ਕ ਹੋਣੀ ਲੱਗ ਜਾਂਦੀ, ਸੁੱਕ ਜਾਂਦੀ ਹੈ, ਨਾਲ ਲੱਗ ਜਾਂਦੀ ਹੈ। ਜੇ ਕਿਸੇ ਦੀ ਡੈੱਡ ਬਾਡੀ 5-10 ਦਿਨ ਸੰਸਕਾਰ ਨਾ ਕਰੋ, ਪਈ ਰਵੇ, ਉਹ ਬਾਹਰਲੇ ਮੁਲਕਾਂ ਵਿੱਚ 10-10 15-15 ਦਿਨ ਡੈੱਡ ਬਾਡੀ ਦਾ ਸੰਸਕਾਰ ਕਰਨ ਦਾ ਮੌਕਾ ਨਹੀਂ ਬਣਦਾ। ਤੇ ਉਹ ਜਦੋਂ ਤਾਜ਼ਾ ਸੰਸਕਾਰ ਕਰ ਦਿੰਦੇ ਹਾਂ ਆਪਾਂ ਇੰਡੀਆ ਵਾਲੇ, ਤਾਂ ਉੱਥੇ 15-15 ਦਿਨ ਮੁਰਦਾ ਬਾਹਰ ਪਿਆ ਰਹਿੰਦਾ। ਜਦੋਂ ਉਹਨੂੰ ਜਾ ਕੇ ਦੇਖੀਦਾ ਤਾਂ ਉਹ ਸਰੀਰ ਉਹਦਾ ਨਾ ਜਿਹੜਾ ਬਹੁਤ ਜ਼ਿਆਦਾ ਨਾਲ ਪਿਚਕ ਜਾਂਦਾ ਹੈ। ਉਹ ਸਰੂਪ ਕੀ ਹੈ ਇੱਥੇ ਲਿਖਿਆ ਜਾ ਰਿਹਾ, ਚਰਮੰਗ ਸ਼ੁਸ਼ਕਾ। ਕਹਿੰਦੇ ਜਿਹਦੀ ਚਮੜੀ ਸੁੱਕੀ ਹੋਈ ਹੈ ਤੇ ਨਖਨ ਵਿਸਾਲੀ, 9 ਵੱਡੇ ਵੱਡੇ ਹਨ। ਹਾਂਜੀ, ਅਦਕ ਉਗਾਲਤ ਜਵਾਲਾ ਮਾਲੀ, ਔਰ ਮੂੰਹ ਚੋਂ ਅੱਗ ਨਿਕਲਦੀ ਹੈ। ਜੰਗ ਦੇ ਤੋਪਾਂ ਚੱਲਦੀਆਂ ਨੇ, ਗੋਲੀਆਂ ਚੱਲਦੀਆਂ ਨੇ, ਤੇ ਉਹ ਜਿਹੜਾ ਸਰੂਪ ਹੈ ਮੌਤ ਦਾ, ਉਹ ਵੀ 10ਵੇਂ ਪਾਤਸ਼ਾਹ ਮਹਾਰਾਜ ਆਰਾਧ ਰਹੇ, ਧਿਆਨ ਵਿੱਚ ਲਿਆ ਰਹੇ ਹਨ। ਇਤਿਆਦਿਕ ਤਰ ਧਿਆਨ ਦੋਹਨ ਕੋ, ਇਸ ਤਰ੍ਹਾਂ ਇਹ ਸਰੂਪਾਂ ਦਾ ਧਿਆਨ ਧਰਿਆ ਜਾ ਰਿਹਾ, ਉਸ ਆਦ ਸ਼ਕਤੀ ਦਾ, ਉਹਦੇ ਬਾਹਰਲੇ ਸਰੂਪਾਂ ਦਾ। ਆਖੋ ਸਤਨਾਮ ਸ੍ਰੀ ਇਹ ਕ੍ਰਿਸ਼ਨੰ ਤਾਂ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ, ਆਤਮਾ ਵਾਸੁਦੇਵ। ਜੇ ਕੋਈ ਜਾਣਾ ਪਿਓ, ਸਾਰਿਆਂ ਨੂੰ ਭੇਦ ਨਹੀਂ ਨਾ, ਜੇ ਕੋਈ ਜਾਣਦਾ ਹੈ ਉਹਨੂੰ ਇਹ ਗੱਲ ਸਮਝ ਆਉਣੀ ਹੈ। ਤੇ ਉਹ ਜਿਹੜਾ ਉਹਦਾ ਬਾਹਰਲਾ ਰੂਪ ਹੈ, ਉਹ ਬਾਹਰਲਾ ਰੂਪ ਕੀ ਹੈ ਜਿਹੜਾ ਕਵੀ ਜੀ ਦੱਸ ਰਹੇ ਨੇ ਵੀ ਚਮੜੀ ਸੁੱਕੀ ਹੋਈ ਹੈ, 9 ਵਧੇ ਹੋਏ ਨੇ, ਮੂੰਹ ਚੋਂ ਅੱਗ ਉਗਲਦੀ ਹੈ, ਦੰਦ ਬੜੇ ਭਿਆਨਕ ਨੇ, ਅੱਖਾਂ ਬੜੀਆਂ ਲਾਲ ਨੇ, ਕੇਸ ਬੜੇ ਖੁੱਲੇ ਹੋਏ ਨੇ। ਉਹ ਜਿਹੜਾ ਮਾਇਆ ਦੇ ਵਿੱਚ ਮੌਤ ਦਾ ਰੂਪ ਵਰਤਦਾ ਹੈ ਉਹਦਾ ਵੀ ਧਿਆਨ ਧਰਦੇ ਨੇ। ਫਿਰਤਾ ਦੇ ਕਰ ਚੰਚਲ ਮਨ ਕੋ, ਆਪਣੇ ਚੰਚਲ ਮਨ ਨੂੰ ਇੱਕ ਥਗਾ ਤੇ ਟਿਕਾਣ ਦਾ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਕਲਗੀਧਰ ਜੀ ਖਾਲਸੇ ਨੂੰ ਸਮਝਾਉਣ ਲਈ ਸਾਰਾ ਕੁਝ ਕਰ ਰਹੇ ਨੇ ਵੀ ਐਦਾਂ ਉਸ ਨੂੰ ਪ੍ਰਾਪਤ ਕਰਨਾ ਹੈ, ਮੁਕਤੀ ਪਾਣੀ ਹੈ। ਐਵੇਂ ਲੋਕਾਂ ਨਾਲ ਲੜ ਕੇ ਸਿਰ ਪੜਵਾ ਕੇ ਆਪਾਂ ਮਰਨਾ ਨਹੀਂ। ਇਹ ਤਾਂ ਜਿਹੜਾ ਜੰਗ ਹੋ ਰਿਹਾ ਮੁਕਤੀ ਵਾਸਤੇ ਹੋ ਰਿਹਾ। ਪਰਮ ਸ਼ਾਂਤੀ ਹੈ ਜੋ ਅਸਲ ਯੁੱਧ ਕਰੇ ਤਬ ਸ਼ਾਂਤ, ਯੁੱਧ ਤੋਂ ਬਾਅਦ ਸੱਚਖੰਡ ਸਿੱਧੇ ਜਾਣਾ ਹੈ। ਇਹ ਸੰਸਾਰ ਵਾਸਤੇ ਨਹੀਂ ਲੜ ਰਹੇ। ਆ ਜਿਹੜੇ ਸੰਸਾਰ ਦੇ ਯੋਧੇ ਨੇ ਨਾ, ਇਹ ਸੰਸਾਰ ਲਈ ਲੜਦੇ, ਅਸੀਂ ਵੀ ਰਾਜ ਲਵਾਂਗੇ, ਸਾਡਾ ਨਾਂ ਹੋਵੇਗਾ, ਅਸੀਂ ਜੰਗ ਜਿੱਤਾਂਗੇ, ਅਸੀਂ ਦੁਸ਼ਮਣ ਨੂੰ ਮਾਰਾਂਗੇ, ਵੈਰ ਵਿਰੋਧ ਦੀ ਭਾਵਨਾ ਨਾਲ ਲੜਦੇ। ਕਲਗੀਧਰ ਪਾਤਸ਼ਾਹ ਦਾ ਕਿਸੇ ਨਾਲ ਵੈਰ ਨਹੀਂ ਹੈ। ਉਹ ਤਾਂ ਖਾਲਸੇ ਨੂੰ ਪਰਮ ਮੁਕਤੀ ਦੇ ਮਾਰਗ ਤੇ ਤੋਰ ਰਹੇ ਹਨ। ਹਵਨ ਕਰਤ ਉਠ ਲਾਟ ਉਚੇਰੀ, ਜਦੋਂ ਹਵਨ ਹੁੰਦਾ ਹੈ ਮਹਾਰਾਜ ਅਚਕੜਾ ਛੰਦ ਪੜ੍ਹਦੇ ਹਨ ਤੇ ਜਦੋਂ ਆਹੂਤੀ ਪਾਉਂਦੇ ਹਨ ਤਾਂ ਉਹਦੇ ਵਿੱਚੋਂ ਉੱਚੀ ਲਾਟ ਉੱਠਦੀ ਹੈ। ਸੋਜ ਕ੍ਰਿਤਾਦਿਕ ਭਰਤ ਕਨੇਰੀ, ਬੜੇ ਘਿਓ, ਕੇਸਰ, ਕਸਤੂਰੀ ਤੇ ਪੌੜੀਆਂ ਬੜੀਆਂ ਵਧੀਆ ਮਹਿੰਗੀਆਂ ਚੀਜ਼ਾਂ ਵਿੱਚ ਪੈ ਰਹੀਆਂ ਹਨ। ਸੁਗੰਧੀ ਉਹਦੀ ਬਹੁਤ ਆ ਰਹੀ ਹੈ। ਪ੍ਰਥਮ ਦਿਵਸ ਬੈਠੇ ਇੱਕ ਆਸਨ, ਮਹਾਰਾਜ ਇਸ ਤਰ੍ਹਾਂ ਸਾਧ ਸੰਗਤ ਜੀ ਇੱਕ ਆਸਣ ਹੋ ਕੇ ਬੈਠੇ। ਇੱਕ ਆਸਣ ਤੇ
ਲਗਾਤਾਰ ਹਮਨ ਕਰੀ ਜਾਂਦੇ ਹਨ। ਏਕ ਆਸ ਬਿਨ ਦੂਜੀ ਆਸ ਨਾ। ਇੱਕ ਅਕਾਲ ਪੁਰਖ ਦੀ ਸ਼ਕਤੀ ਤੇ ਧਿਆਨ ਕੇਂਦਰਿਤ ਕਰ ਲਿਆ। ਏਕ ਆਸ ਰੱਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ। ਏਕ ਆਸ ਬਿਨ ਦੂਜੀ ਆਸ ਨਾ। ਹੋਰ ਕੋਈ ਆਸ ਨਹੀਂ ਰੱਖੀ, ਇੱਕੋ ਹੀ ਆਸ ਹੈ ਕਿ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਦੀ ਸ਼ਕਤੀ ਕਿਰਪਾ ਕਰ। ਮੈਂ ਤੇਰੇ ਤੋਂ ਵਰ ਮੰਗਦਾ, ਦੇ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋਂ। ਨਾ ਟਰੋਂ ਅਰਸੋਂ ਜਬ ਜਾਏ ਲਰੋਂ, ਨਿश्चय कर अपनी जीत करो। और सिखों अपने ही मन को यह लालच हो, गुण तो उचरों। जब आपकी ओद निदान बने अत ही रण में तब जूझ मरो। हाँ जी। 5 ਪਹਿਰ ਲਗ ਇੱਕ ਸ਼ਰਮ ਕੀਨੋ। ਸਵੇਰ ਦੇ ਬੈਠੇ ਹਨ ਸਤਿਗੁਰੂ ਜੀ 5 ਪਹਿਰ ਲਗਾਤਾਰ ਨਾ ਗੋਡਾ ਹਿਲਾਇਆ ਹੈ, ਨਾ ਆਪਣਾ ਧਿਆਨ ਦੂਜੇ ਪਾਸੇ ਕੀਤਾ ਹੈ। ਇਸੇ ਤਰ੍ਹਾਂ ਅਡੋਲ ਬੈਠੇ ਰਹੇ ਹਨ, ਲੱਕ ਵੀ ਵਿੰਗਾ ਟੇਢਾ ਨਹੀਂ ਕੀਤਾ। ਅਸੀਂ 1 ਘੰਟਾ ਕਥਾ ਕਰ ਰਹੇ ਹਾਂ ਨਾ, ਕਦੀ ਇਉਂ ਹੋ ਜਾਂਦੇ ਹਾਂ, ਕਦੀ ਇਉਂ ਹੋ ਜਾਂਦੇ ਹਾਂ, ਕਦੀ ਇਉਂ ਕਰਦੇ ਹਾਂ। ਸਾਧ ਸੰਗਤ ਜੀ ਮਹਾਰਾਜ ਇਸ ਤਰ੍ਹਾਂ ਇੱਕੋ ਆਸਣ ਤੇ ਬੈਠੇ 5 ਪਹਿਰ ਬੀਤ ਗਏ। ਇੱਕ ਪਹਿਰ 3 ਘੰਟਿਆਂ ਦਾ ਹੁੰਦਾ ਹੈ ਤੇ 3 ਪੰਜਾ 15 ਘੰਟੇ ਮਹਾਰਾਜ ਦਾ ਪਹਿਲੇ ਦਿਨ ਦਾ ਜਾਪ ਹੋਇਆ ਹੈ। ਉਹ ਨਿਰੰਤਰ ਹੋਮ ਪ੍ਰਬੀਨੋ। ਲਗਾਤਾਰ ਹਮਨ ਕਰ ਰਹੇ ਨੇ, ਲਗਾਤਾਰ ਪਾਠ ਕਰ ਰਹੇ ਨੇ ਚੰਡੀ ਦਾ। ਸਹਿਤ ਮੰਤਰ ਕੇ ਜੇ ਤੱਕ ਭਇਓ। ਆ ਜਿੰਨਾ ਮੰਤਰ ਦੇ ਸਹਿਤ ਜਾਪ ਕੀਤਾ ਹੈ, ਜੇ ਤੱਕ ਸੋਝ ਹਮਨ ਕਰ ਦਇਓ। ਉਹ ਸਾਰੀ ਸਮੱਗਰੀ ਹਮਨ ਕੀਤੀ ਗਈ ਹੈ। ਜਿੰਨੀ ਹੂਤੀਆਂ ਪਾਣੀਆਂ ਸਨ ਪਾਈਆਂ ਹਨ। ਵਿਪਰ ਸਮੇਤ ਉਠੇ ਪ੍ਰਭ ਫੇਰ। ਫਿਰ ਸਤਿਗੁਰੂ ਪੰਡਿਤ ਕੇਸੋ ਦਾਸ ਜੀ ਸਮੇਤ ਰਾਤ ਦੇ ਲਗਭਗ 9-10 ਵਜੇ ਉੱਠੇ ਹਨ। ਹਰ ਆਰਾਮ ਨਿਸ ਭਈ ਸਵੇਰ। ਔਰ ਫਿਰ ਮਹਾਰਾਜ ਨੇ 4-5 ਘੰਟੇ ਆਰਾਮ ਕੀਤਾ ਹੈ ਤੇ ਫਿਰ ਅੰਮ੍ਰਿਤ ਵੇਲਾ ਹੋਇਆ ਹੈ। ਸੋਚ ਸਨਾਨ ਠਾਨ ਗੁਰ ਤਹਾ। ਉੱਥੇ ਹੀ ਉੱਪਰ ਹੀ ਪਹਾੜ ਦੇ ਉੱਤੇ ਹੀ ਮਹਾਰਾਜ ਨੇ ਨੈਣਾ ਦੇਵੀ ਦੇ ਉੱਤੇ ਹੀ ਇਸ਼ਨਾਨ ਕੀਤਾ ਹੈ। ਤੁਮਹੀ ਵਿਪਰ ਕਰੀ ਸੁਧ ਮਹਾ। ਤੇ ਪੰਡਿਤ ਕੇਸੋ ਦਾਸ ਜੀ ਨੇ ਵੀ ਉਸੇ ਤਰ੍ਹਾਂ ਆਪਣੀ ਕਿਰਿਆ ਸੁਧ ਕੀਤੀ ਹੈ। ਹੋਰ ਬੈਠ ਕਰ ਤਿਸ ਹੀ ਆਸਨ। ਤੇ ਫਿਰ ਉਸੇ ਕੁੰਡ ਦੇ ਉੱਤੇ ਪੱਛਮ ਵਾਲੇ ਪਾਸੇ ਪੰਡਿਤ ਜੀ ਬੈਠੇ ਹੈ, ਦੱਖਣ ਵਾਲੇ ਪਾਸੇ ਪੰਡਿਤ ਜੀ ਬੈਠੇ ਤੇ ਪੱਛਮ ਵਾਲੇ ਪਾਸੇ ਕਲਗੀਧਰ ਜੀ ਬੈਠੇ ਹਨ। ਕਰਨ ਲੱਗੇ ਸ੍ਰੀ ਚੰਡ ਉਪਾਸਨ। ਤੇ ਲਗਾਤਾਰ ਚੰਡੀ ਦਾ ਉਪਾਸਨ ਕਰਨ ਲੱਗੇ ਹਨ। ਮੰਤਰਨ ਕੋ ਉਚਾਰ ਬਹੁ ਬਾਰੀ। ਔਰ ਲਗਾਤਾਰ ਮੰਤਰ ਦਾ ਜਾਪ ਅਚਕੜੇ ਛੰਦ ਦਾ ਕਰ ਰਹੇ ਹਨ। ਹਰ ਪੰਕਜ ਤੇ ਆਹੁਤੀ ਡਾਰੀ। ਆਪਣੇ ਕਰ ਕਮਲਾਂ ਨਾਲ ਆਹੂਤੀ ਪਾ ਰਹੇ ਹਨ। ਧੂਮ ਬਹੁ ਚੜਿਓ ਆਕਾਸ਼ਾ। ਔਰ ਧੂਆਂ ਸਾਧ ਸੰਗਤ ਜੀ ਆਕਾਸ਼ ਵੱਲ ਜਾ ਰਿਹਾ, ਦੇਵਲੋਕ ਨੂੰ ਜਾ ਰਿਹਾ ਹੈ। ਪਰੇ ਸੋ ਲਾਟ ਪ੍ਰਕਾਸ਼ਾ। ਤੇਲ ਪਾ ਕੇ ਘਿਓ ਪਾ ਕੇ ਵਿੱਚੋਂ ਲਾਟਾਂ ਨਿਕਲਦੀਆਂ ਹਨ। ਕੇਸਵ ਦਾਸ ਪਠੈ ਮੁਖ ਜਿਉ ਜਿਉ। ਜਿਉਂ ਜਿਉਂ ਕੇਸੋ ਦਾਸ ਵੀ ਮੰਤਰ ਪੜਦਾ ਹੈ, ਪਾਏ ਆਹੁਤੀ ਸ੍ਰੀ ਪ੍ਰਭ ਤਿਉ ਤਿਉ। ਤਿਉਂ ਤਿਉਂ ਮਹਾਰਾਜ ਆਹੂਤੀ ਪਾਈ ਜਾਂਦੇ ਆ ਤੇ ਨਾਲ ਚਚਕੜੇ ਛੰਦ ਦਾ ਜਾਪ ਕਰੀ ਜਾਂਦੇ ਹਨ। ਆਸਨ ਸਾਧ ਏਕ ਰਸ ਬੈਸੇ। ਇੱਕੋ ਆਸਣ ਤੇ ਬੈਠੇ ਹਨ, ਸਾਧਨਾ ਵਿੱਚ ਲੀਨ ਹਨ। ਚੰਡ ਪਰਾਇਣ ਕਰ ਮਨ ਤੈਸੇ। ਆਪਣਾ ਮਨ ਸਾਰੇ ਵਿਸ਼ਿਆਂ ਵੱਲੋਂ ਹਟਾ ਕੇ ਚੰਡੀ ਤੇ ਧਿਆਨ ਵਿੱਚ ਲਾ ਦਿੱਤਾ ਹੈ। ਨਿੰਦਰਾ ਛੁਦਾ ਗਿਰਾ ਨਿਜ ਜੀਤ। ਆਪਣੀ ਨੀਂਦ ਨੂੰ ਜਿੱਤ ਲਿਆ ਹੈ। ਘੰਟਾ 2 ਘੰਟਾ ਪਾਠ ਕਰੀਏ ਨੀਂਦ ਆ ਜਾਂਦੀ ਬੰਦੇ ਨੂੰ। ਮਹਾਰਾਜ 15 ਘੰਟੇ ਬੈਠਦੇ ਆ, ਨੀਂਦ ਨੇੜੇ ਨਹੀਂ ਆਉਂਦੀ। ਛੁਦਾ ਭੁੱਖ ਵੀ ਤਾਂ ਬੰਦੇ ਨੂੰ ਲੱਗਦੀ ਹੈ। ਮਹਾਰਾਜ ਸਵੇਰ ਦੇ ਬੈਠੇ ਆ, ਅੰਨ ਦਾ ਦਾਣਾ ਉਸ ਤੋਂ ਬਾਅਦ ਅੰਗੀਕਾਰ ਨਹੀਂ ਕਰਦੇ। ਪਿਆਸ ਲੱਗਦੀ, ਮਹਾਰਾਜ ਪਾਣੀ ਨਹੀਂ ਪੀਂਦੇ। ਔਰ ਸਾਧ ਸੰਗਤ ਜੀ ਗਿਰਾ ਬਾਣੀ ਨੂੰ ਵੀ ਜਿੱਤਿਆ। ਸਾਡੀ ਜ਼ੁਬਾਨ ਰਹਿੰਦੀ ਨਹੀਂ ਗੱਲਾਂ ਕਰਨ ਤੋਂ, ਕਦੀ ਕਿਸੇ ਨਾਲ ਗੱਪਾਂ ਮਾਰਨੀਆਂ, ਕਦੀ ਕਿਸੇ ਨਾਲ ਨਹੀਂ। ਮਹਾਰਾਜ ਮੌਨ ਹੋ ਕੇ ਸਿਰਫ ਤੇ ਸਿਰਫ ਜਾਪ ਕਰ ਰਹੇ ਹਨ। ਆਸਨ ਬੈਠੇ ਪਰਮ ਪੁਨੀਤ। ਪਰਮ ਪੁਨੀਤ ਆਸਣ ਤੇ ਬੈਠ ਕੇ ਪਾਤਸ਼ਾਹ ਜੀ ਚੰਡੀ ਦੀ ਉਪਾਸਨਾ ਕਰ ਰਹੇ ਹਨ। ਪ੍ਰਥਮ ਦਿਵਸ ਜਿਵ ਦੂਸਰ ਦਿਨ ਕੋ। ਜਿਵੇਂ ਪਹਿਲੇ ਦਿਨ 15 ਘੰਟੇ ਜਾਪ ਕੀਤਾ, ਦੂਜੇ ਦਿਨ ਵੀ ਇਵੇਂ ਹੀ ਕੀਤਾ ਹੈ। ਸੁਕ੍ਰਿਤ ਸਥਿਰ ਕਰ ਮਨ ਕੋ। ਮਨ ਇਕਾਗਰ ਕਰਕੇ ਉਸੇ ਤਰ੍ਹਾਂ ਜਾਪ ਕੀਤਾ ਹੈ। 5 ਜਾਮ ਲੋ ਹੋਮ ਆਰੰਭਾ। ਇਹ 5 ਪਹਿਰਾਂ ਦਾ ਹੋਮ ਆਰੰਭ ਕੀਤਾ ਹੈ। ਰੋਜ਼ 5 ਪਹਿਰ ਕਰਿਆ ਕਰਾਂਗੇ। ਦਾਸ ਬਿਲੋਕਤ ਭਏ ਅਚੰਭਾ। ਇਹ ਵੇਖ ਕੇ ਸਿੱਖ ਬੜੇ ਹੈਰਾਨ ਹੋ ਗਏ, ਅਚੰਭੇ ਚ ਪੈ ਗਏ। ਜਿਹੜੇ ਮਹਾਰਾਜ ਦੇ ਬਹੁਤ ਜ਼ਿਆਦਾ ਨਿਕਟਵਰਤੀ ਔਰ ਪ੍ਰੇਮੀ ਸਿੱਖ ਸਨ, ਉਹਨਾਂ ਨੂੰ ਬੜੀ ਹੈਰਾਨੀ ਹੋਈ ਹੈ। ਸੁਖੀ ਆਰਬਲ ਸਕਲ ਬਿਤਾਈ। ਉਹ ਮਹਾਰਾਜ ਨਾਲ ਪ੍ਰੇਮ ਕਰਦੇ ਨੇ ਨਾ, ਤੇ ਮਹਾਰਾਜ ਦੇ ਸੁੱਖ ਦੀ, ਆਰਾਮ ਦੀ ਉਹਨਾਂ ਨੂੰ ਚਿੰਤਾ ਹੈ। ਉਹ ਕਹਿੰਦੇ ਨੇ, ਕਹਿੰਦੇ ਸਾਡੇ ਸਤਿਗੁਰੂ ਜੀ ਨੇ ਸਾਰੀ ਉਮਰ ਸੁੱਖਾਂ 'ਚ ਬਤੀਤ ਕੀਤੀ ਸੀ,
ਆਰਾਮ ਨਾਲ ਪਲੰਘੇ ਤੇ ਆਰਾਮ ਕਰਦੇ ਸਨ, ਸੰਗਤਾਂ ਸੇਵਾ ਕਰਦੀਆਂ ਸਨ। ਕਠਨ ਕਿਰਿਆ ਇੱਕ ਬਾਰ ਉਠਾਈ। ਤੇ ਐਨੀ ਕਠਨ ਤਪੱਸਿਆ ਇੱਕੋ ਵਾਰੀ ਚੁੱਕ ਲਈ ਹੈ। ਇੰਨਾ ਔਖਾ ਹੌਲੇ ਹੌਲੇ ਬੰਦਾ ਸਾਧਨਾ ਕਰਦਾ 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 ਇੱਥੇ ਪਹੁੰਚਦਾ ਜਿੱਥੇ ਪਹਿਲੇ ਦਿਨ ਹੀ ਬੈਠ ਗਏ ਮਹਾਰਾਜ ਇੰਨਾ। ਪਰ ਸਿੱਖਾਂ ਨੂੰ ਇਹ ਨਹੀਂ ਪਤਾ ਕਿ ਇਹ ਤਾਂ ਸੁੱਖ ਦੁੱਖ ਤੋਂ ਉੱਪਰ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਨੂੰ ਨਾ ਆਰਾਮ ਹੈ ਤੇ ਨਾ ਬੇਆਰਾਮੀ ਹੈ। ਇਹਦਾ ਆਤਮ ਰੂਪ ਹਨ, ਭਗਵਾਨ ਪਰਮੇਸ਼ਰ ਦਾ ਅਕਾਲ ਪੁਰਖ ਦਾ ਰੂਪ ਹਨ। ਉਹ ਗੁਰੂ ਗੋਬਿੰਦ ਹੋਏ ਪ੍ਰਗਟਿਆ 10ਵੇਂ ਅਵਤਾਰਾ, ਜਿਨ ਅਲਖ ਅਪਾਰ ਨਿਰੰਜਨਾ, ਜਪਿਓ ਕਰਤਾਰਾ, ਨਿਜ ਪੰਥ ਚਲਾਇਓ ਖਾਲਸਾ, ਧਰ ਤੇਜ ਕਰਾਰਾ, ਸਿਰ ਕੇਸ ਧਾਰ ਗਏ ਖੜਕ ਕੋ ਸਭ ਦੁਸ਼ਟ ਪਛਾਰਾ, ਤਦ ਕੁੱਦੇ ਸਿੰਘ ਭੁਜੰਗੀਏ ਨੀਲੰਬਰ ਧਾਰਾ, ਤਿਨ ਆਗੇ ਕੋਈ ਨਾ ਠਹਿਰਿਓ ਭਾਗੇ ਸਰਦਾਰਾ। ਇਹ ਮਹਾਰਾਜ 10ਵੇਂ ਪਾਤਸ਼ਾਹ ਦੇ ਪਿਆਰੇ ਸਿੱਖ, ਪ੍ਰੇਮੀ ਸਿੱਖ, ਜਿਨ੍ਹਾਂ ਨੂੰ ਮਹਾਰਾਜ ਦੇ ਆਰਾਮ ਦਾ ਬੜਾ ਖਿਆਲ ਰਹਿੰਦਾ, ਜਿਹੜੇ ਆਪਣੇ ਸਤਿਗੁਰਾਂ ਦੇ ਚਰਨਾਂ 'ਚ ਪਲਕਾਂ ਵਿਛਾਉਂਦੇ ਹਨ, ਫੁੱਲਾਂ ਦੇ ਹਾਰ ਭੇਟਾ ਕਰਦੇ ਹਨ, ਜਿਹੜੇ ਸਤਿਗੁਰਾਂ ਵਾਸਤੇ ਬੜੀਆਂ ਮਖਮਲੀ ਸੇਜਾਂ ਸਜਾਉਂਦੇ ਸਨ, ਅੱਜ ਮਹਾਰਾਜ ਦਾ ਇਤਨਾ ਕਠਨ ਤਪ ਦੇਖ ਕੇ ਹੈਰਾਨ ਹੋ ਰਹੇ ਨੇ। ਓਮ ਸੇਜ ਕਰ ਭੋਜਨ ਵਰਜਿਓ। ਕਹਿੰਦੇ ਮਹਾਰਾਜ ਹੁਣ ਮੰਜੇ ਤੇ ਨਹੀਂ ਸੌਂਦੇ, ਧਰਤੀ ਤੇ ਭੂਮੀ ਆਸਣ ਲਾ ਲਿਆ ਹੈ, ਭੋਜਨ ਬਹੁਤ ਘੱਟ ਛਕਦੇ ਹਨ। 5 ਪਹਿਰ ਲੱਗ ਬੈਠਨ ਸਿਰਜਿਓ। ਤੇ 5 ਪਹਿਰ ਲਗਾਤਾਰ 15 ਘੰਟੇ, 24 ਘੰਟਿਆਂ ਵਿੱਚੋਂ 15 ਪਹਿਰ ਤੇ 15 ਘੰਟੇ ਦਾ ਬੈਠਣਾ ਹੀ ਹੈ। 24 ਘੰਟੇ ਹੁੰਦੇ ਨੇ 8 ਪਹਿਰ ਤੇ 5 ਪਹਿਰ ਬਣ ਗਏ 15 ਘੰਟੇ। 15 ਘੰਟੇ ਬੈਠੇ ਰਹਿੰਦੇ ਹਨ। ਇੱਕ ਜਾਮ ਜਬ ਨਿਸ਼ਾ ਬਿਤਾਈ। ਜਦੋਂ ਇੱਕ ਪਹਿਰ ਰਾਤ ਬੀਤ ਜਾਂਦੀ ਹੈ, ਯਾਨੀ ਸਵੇਰੇ 7 ਵਜੇ ਦੇ ਬੈਠੇ ਹੁੰਦੇ ਨੇ, ਰਾਤ ਦੇ 10 ਵੱਜ ਜਾਂਦੇ ਨੇ। ਕਰਨ ਆਰਾਮ ਉਠੇ ਗੋਸਾਈ। ਉਸ ਵੇਲੇ ਮਹਾਰਾਜ ਆਰਾਮ ਕਰਨ ਲਈ ਉੱਠਦੇ ਨੇ। ਕੁਛ ਫਿਰ ਕਰ ਇਤ ਉਤ ਤੇ ਸਥਾਨ। ਕਿਉਂਕਿ 15 ਘੰਟੇ ਇੱਕ ਜਗ੍ਹਾ ਤੇ ਬੈਠੇ ਰਹੇ ਨੇ, ਇਸ ਕਰਕੇ 10-15 ਮਿੰਟ ਦਾ ਘੰਟਾ ਉੱਥੇ ਹੀ ਜਿੱਥੇ ਉਹ ਕੁੰਡ ਬਣਿਆ ਹੋਇਆ ਉਹਦੇ ਲਾਗੇ ਹੀ ਹਵਨ ਕੁੰਡ ਦੇ ਥੋੜਾ ਜਿਹਾ ਟਹਿਲ ਲੈਂਦੇ ਹਨ, ਘੁੰਮ ਲੈਂਦੇ ਹਨ। ਔੜੇ ਬਿਨਾ ਨੀਂਦ ਭਗਵਾਨ। ਤੇ ਮਹਾਰਾਜ ਬਿਰਾਜ ਜਾਂਦੇ ਪਰ ਨੀਂਦ ਦਾ ਮੋਹ ਨਹੀਂ ਕਰਦੇ, ਨੀਂਦ ਨਹੀਂ ਆਉਂਦੀ। ਧਿਆਨ ਜਿਹੜਾ ਮੰਤਰ ਦਾ ਜਾਪ ਉਦੋਂ ਵੀ ਜਾਰੀ ਰਹਿੰਦਾ ਹੈ। ਦੇਵੀ ਰੂਪ ਵਿਖੈ ਲਿਵ ਲਾਗੀ। ਉਹ ਚੰਡੀ ਦੇ ਸਰੂਪ ਵਿੱਚ ਹੀ ਲਿਵ ਲੱਗੀ ਹੋਈ ਹੈ। ਜਿਹੜਾ ਜਾਪ ਸਾਰਾ ਦਿਨ ਕਰਦੇ ਰਹੀਏ ਨਾ, ਉਹ ਰਾਤ ਨੂੰ ਵੀ ਚੱਲਦਾ ਹੈ। ਸਾਧ ਸੰਗਤ ਜੀ, ਅਭਿਆਸੀਆਂ ਨੂੰ ਪਤਾ ਹੈ, ਅਸੀਂ ਇੰਨਾ ਅਭਿਆਸ ਨਹੀਂ ਕਰ ਸਕਦੇ ਵੀ ਸਵੇਰ ਦਾ ਜਾਪ ਕਰੀ ਜਾਈਏ ਕਰੀ ਜਾਈਏ ਕਰੀ ਜਾਈਏ, ਰਾਤ ਨੂੰ ਜਦੋਂ ਸੌਣ ਲੱਗੀਏ ਤੇ ਸਾਡਾ ਉਹ ਬੰਦ ਨਾ ਹੋਵੇ। ਮਹਾਰਾਜ ਦਾ ਜਾਪ ਏਦਾਂ ਲਗਾਤਾਰ ਅਖੰਡ ਅੰਦਰ ਚੱਲਦਾ ਹੀ ਰਹਿੰਦਾ ਹੈ। ਸੁਦਾ ਪਿਪਾਸਾ ਨਿੰਦਰਾ ਤਿਆਗੀ। ਹੁਣ ਮਹਾਰਾਜ ਭੁੱਖ ਪਿਆਸ ਨੀਂਦ ਸਾਰੀਆਂ ਤਿਆਗ ਦਿੱਤੀਆਂ ਨੇ। ਹੁਣ ਪ੍ਰਭਾਤ ਉੱਠ ਸੋਚ ਸਨਾਨੇ। ਫਿਰ ਅੰਮ੍ਰਿਤ ਵੇਲੇ ਛੇਤੀ ਉੱਠ ਕੇ ਸੋਚ ਇਸ਼ਨਾਨ ਕਰਕੇ ਬੈਠ ਹਮਨ ਕੀ ਕਿਰਤ ਕੋ ਠਾਨੇ। ਤੇ ਆਪਣੇ ਹਵਨ ਦੀ ਕਿਰਤ ਵਿੱਚ ਫਿਰ ਲੱਗ ਜਾਂਦੇ ਹਨ। ਜਿਵਾਰ ਤੇ ਕਿਰਤ ਹੋਏ ਨਾ ਏਤੀ। ਹੁਣ ਪੰਡਿਤ ਕੇਸੋ ਦਾਸ ਜੀ ਵਿਚਾਰੇ, ਉਹਨਾਂ ਕੋਲੋਂ ਇੰਨੀ ਤਪੱਸਿਆ ਹੋ ਨਹੀਂ ਸਕਦੀ। ਉਹ ਤਾਂ ਪਹਿਲੀ ਵਾਰੀ ਇੰਨਾ ਤਪ ਕਰਨ ਲੱਗੇ। ਪਹਿਲਾਂ ਕਰਦੇ ਸਨ 2-2 4-4 ਘੰਟੇ ਕਰ ਲਿਆ, ਫਿਰ ਥੋੜਾ ਘੁੰਮ ਲਿਆ, ਖਾ ਪੀ ਲਿਆ, ਫਿਰ ਕਰ ਲਿਆ। ਪਰ ਇਹ ਤਾਂ ਬੜੇ ਕਸੂਤੇ ਫਸੇ। ਕਹਿੰਦੇ ਮਹਾਰਾਜ ਤਾਂ ਉੱਠਦੇ ਹੀ ਨਹੀਂ, ਸਵੇਰ ਦੇ ਬੈਠੇ ਸ਼ਾਮ ਤੱਕ 15 ਘੰਟੇ ਲਗਾਤਾਰ। ਪੰਡਿਤ ਜੀ ਕੋਲੋਂ ਇੰਨਾ ਤਪ ਨਹੀਂ ਹੁੰਦਾ। ਕਰਤ ਹਮਨ ਪ੍ਰਤ ਪਠ ਕਰ ਤੇਤੀ। ਜਿੰਨਾ ਮਹਾਰਾਜ ਹਮਨ ਕਰਦੇ ਆ, ਮੰਤਰ ਜਾਪ ਕਰਦੇ ਆ। ਪੰਡਿਤ ਕੇਸੋ ਦਾਸ ਜੀ ਥੱਕ ਜਾਂਦੇ ਹਨ। ਇਸੇ ਪ੍ਰਕਾਰ ਕੀ ਤਕ ਦਿਨ ਕਰਨੀ। ਇਸ ਤਰ੍ਹਾਂ ਕਈ ਦਿਨ ਲਗਾਤਾਰ ਹੁੰਦਾ ਰਿਹਾ। ਕਰੀ ਬਿਖਮ ਤਪ ਤੇ ਜਿਮ ਬਰਣੀ। ਕਹਿੰਦੇ ਜਿਵੇਂ ਜਾਪ ਲਿਖਿਆ ਸੀ ਉਦਾਂ ਹੀ ਕਰਦੇ ਰਹੇ, ਬਿਖਮ ਕਠਨ ਤਪੱਸਿਆ ਕਰਦੇ ਰਹੇ। ਹਮਨ ਵਸਤ ਸਗਰੀ ਚਲ ਆਵੇ। ਔਰ ਹਮਨ ਦੀਆਂ ਸਾਰੀਆਂ ਸਮੱਗਰੀਆਂ ਭਾਂਡਿਆਂ 'ਚ ਪਾ ਪਾ ਕੇ ਸਿੱਖ ਲਿਆ ਕੇ ਚੁੱਪ ਕਰਕੇ ਕੋਲ ਰੱਖ ਜਾਂਦੇ ਆ। ਸਿੱਖ ਵੀ ਕੇਸੀ ਇਸ਼ਨਾਨ ਕਰਕੇ ਸ਼ਸਤਰ ਬਸਤਰ ਸਜਾ ਕੇ ਤੇ ਬਾਣੀ ਪੜ੍ਹਦੇ, ਮੂੰਹ ਤੇ ਕੱਪੜਾ ਬੰਨ੍ਹ ਕੇ ਰੱਖਦੇ ਆ ਕਿ ਬੋਲਦਿਆਂ ਥੁੱਕ ਵੀ ਨਾ ਡਿੱਗੇ। ਪਵਿੱਤਰ ਵਸਤੂਆਂ ਹਨ ਤੇ ਉਹ ਲਿਆ ਕੇ ਰੱਖ ਜਾਂਦੇ ਨੇ ਤੇ ਮੱਥਾ ਟੇਕ ਕੇ ਹੌਲੇ ਹੌਲੇ ਪਿਛਾਂ ਹਟ ਜਾਂਦੇ ਨੇ। ਘਰੇ ਮੋਨ ਸੇਵਕ ਧਰ ਜਾਵੇ। ਚੁੱਪ ਚਪੀਤੇ ਆਉਂਦੇ ਨੇ, ਸੇਵਕ ਬੋਲਦੇ ਨਹੀਂ, ਧਰ ਕੇ ਪਿਛਾਂ ਹਟ ਜਾਂਦੇ ਨਮਸਕਾਰ ਕਰਕੇ। ਪ੍ਰਿਤ ਸੈਂਕੜੇ ਮਨ ਪਹੁੰਚਿਆ ਹੈ। ਸੈਂਕੜੇ ਮਣ ਘਿਓ ਘੜਿਆਂ 'ਚ ਪਾ ਪਾ ਕੇ ਉੱਤੇ ਪਹੁੰਚਾਇਆ ਜਾਂਦਾ ਹੈ। ਤਿਲ ਜਵ ਮੇਵਾ ਤੰਦੁਲ ਲਿਆ ਹੈ। ਤੇਲ ਜੌਂ ਮੇਵੇ ਗਰੀਆਂ ਖੋਪੇ ਬਦਾਮ ਸੌਗੀਆਂ ਦੇ ਬਣੇ ਹੋਏ ਉਹ ਮਿਸ਼ਰਣ ਜਿਹੜੇ ਸਾਧ ਸੰਗਤ ਦੀ ਸਮੱਗਰੀ ਹੁੰਦੀ ਹੈ ਹਮਨ ਦੀ,
ਉਹ ਲਿਆ ਕੇ ਰੱਖਦੇ ਹਨ, ਵੱਡੇ ਵੱਡੇ ਚਾਟੇ ਭਰ ਭਰ ਕੇ। ਉਹ ਸਰਕਰਾ ਆਨ ਕਰ ਧਰੈ, ਔਰ ਖੰਡ ਬਰੀਕ ਜਿਹੜੀ ਸ਼ਰਕਰਾ ਉਹ ਵਿੱਚ ਪੈਂਦੀ ਹੈ, ਉਹ ਲਿਆ ਕੇ ਰੱਖਦੇ ਹਨ। ਜਿਨ ਪਰ ਹੁਕਮ ਤੇ ਮੇਲਣ ਕਰੈ, ਤੇ ਉਹ ਜਿਵੇਂ ਪੰਡਤ ਜੀ ਇਸ਼ਾਰਾ ਕਰਦੇ ਸਮਝਾ ਦਿੰਦੇ, ਉਦਾਂ ਉਹਨਾਂ ਨੂੰ ਮਿਕਸ ਕਰ ਦਿੰਦੇ ਆ, ਮਿਲਾ ਦਿੰਦੇ ਚੀਜ਼ਾਂ ਨੂੰ। ਬਾਸਨ ਭਰੇ ਉਠਾਵੈ ਦੋ, ਔਰ ਵੱਡੇ ਵੱਡੇ ਦੋ ਦੋ ਭਾਂਡੇ ਜਿਨ੍ਹਾਂ ਦੇ ਵਿੱਚ 50-50 ਕਿਲੋ ਸਮੱਗਰੀ ਆਉਂਦੀ ਹੋਵੇ, ਵੱਡੇ ਵੱਡੇ ਬਾਟੇ ਕੋਲ ਰੱਖ ਜਾਂਦੇ ਹਨ। ਜਾਇ ਟਿਕਾਵੈ ਗੁਰ ਟਿਕ ਸੋ, ਉਹ ਸਰਬਲੋ ਦੇ ਵੱਡੇ ਵੱਡੇ ਬਲਟੋਏ ਭਰ ਕੇ ਰੱਖ ਜਾਂਦੇ ਹਨ। ਭਰੈ ਅਹੁਤੀ ਹੋਏ ਸੋ ਰੀਤੋ, ਔਰ ਜਦੋਂ ਸਾਰਾ ਦਿਨ ਅਹੂਤੀਆਂ ਪੈਂਦੀਆਂ ਰਹਿੰਦੀ, ਸ਼ਾਮ ਤੱਕ ਉਹ ਬਲਟੋਏ ਖਾਲੀ ਹੋ ਜਾਂਦੇ ਹਨ। ਹੀ ਭਰੈ ਸੋਚ ਜਿਮ ਕੀਤਾ, ਔਰ ਫੇਰ ਸਿੱਖ ਭਰ ਕੇ ਰੱਖ ਦਿੰਦੇ ਨੇ। ਜਿਤ ਪ੍ਰਮਾਣ ਅਹੁਤੀ ਕੇਰਾ, ਜਿੰਨਾ ਅਹੂਤੀ ਦਾ ਪ੍ਰਮਾਣ ਦੱਸਿਆ ਹੋਇਆ ਗੁਰੂ ਸਾਹਿਬ ਉਹਨਾਂ ਹੀ ਪਾਉਂਦੇ ਹਨ। ਨਹਿ ਤਿਤਕ ਨਹਿ ਘਾਟ ਕਨੇਰਾ, ਕਹਿੰਦੇ ਮਹਾਰਾਜ ਉਸ ਤੋਂ ਘੱਟ ਵੱਧ ਨਹੀਂ ਕਰਦੇ, ਉਹਨਾਂ ਹੀ ਪਾਉਂਦੇ ਹਨ ਜਿੰਨਾ ਪੰਡਤ ਜੀ ਨੇ ਵਿਧੀ ਵਿਧਾਨ ਬੰਨਿਆ ਹੋਇਆ ਹੈ। ਮੁਖ ਤੇ ਪੜੈ ਮੰਤਰ ਕੋ ਜਬੈ, ਤੇ ਨਾਲ ਮੰਤਰ ਦਾ ਜਾਪ ਕਰਦੇ ਨੇ, ਅੰਤਰ ਅਹੁਤੀ ਡਾਰੈ ਤਬੈ, ਤੇ ਨਾਲ ਅਹੂਤੀਆਂ ਪਾਈ ਜਾਂਦੇ ਨੇ। ਇਸੀ ਰੀਤ ਕਰਤੇ ਪ੍ਰਭ ਰਹੇ, ਇਸ ਤਰ੍ਹਾਂ ਮਹਾਰਾਜ 10ਵੇਂ ਪਾਤਸ਼ਾਹ ਜੀ ਲਗਾਤਾਰ ਜਾਪ ਕਰਦੇ ਰਹੇ। ਜਿਤ ਜਗਤ ਮਹਿ ਜਿਤ ਕਿਤ ਲਹੇ, ਇਹ ਗੱਲ ਬਾਤ ਸਾਰੀ ਦੁਨੀਆ 'ਚ ਪ੍ਰਗਟ ਹੋ ਰਹੀ ਹੈ, ਦੂਰ ਦੂਰ ਖਬਰਾਂ ਪਹੁੰਚ ਰਹੀਆਂ ਨੇ ਵੀ 10ਵੇਂ ਪਾਤਸ਼ਾਹ ਹੁਣ ਚੰਡੀ ਪ੍ਰਗਟ ਕਰਨਗੇ। ਜਿਤਕ ਪੀਪਰਲੇ ਜਿਤਰ ਬਿਪਰ ਤੇ ਬੈਠਿਓ ਜਾਏ, ਹੁਣ ਪੰਡਤ ਜੀ ਵਿਚਾਰੇ 15 ਘੰਟੇ ਕਦੀ ਲਗਾਤਾਰ ਬੈਠੇ ਨਹੀਂ ਸੀ, ਉਹਨਾਂ ਕੋਲੋਂ ਜਿੰਨਾ ਕੁ ਬੈਠਿਆ ਜਾਂਦਾ ਹੈ, ਕਰਾਏ ਬਹਰ ਉੱਠ ਜਾਏ, ਕਹਿੰਦੇ ਉਹਨਾਂ ਕਰਾ ਕੇ ਪੰਡਤ ਜੀ ਉੱਠ ਜਾਂਦੇ, ਪਰ ਮਹਾਰਾਜ ਨਹੀਂ ਉੱਠਦੇ। ਪ੍ਰਭ ਇਕ ਆਸਨ ਪ੍ਰਾਤੀ ਬੈਸੇ, ਮਹਾਰਾਜ ਸਵੇਰ ਦੇ ਬੈਠੇ ਸ਼ਾਮ ਦੇ 10 ਵਜੇ ਤੱਕ 9 ਵਜੇ ਤੱਕ ਬੈਠੇ ਰਹਿੰਦੇ ਹਨ। ਜਾਮ ਰਾਤ ਲੋ ਸਥਿਰ ਤੈਸੇ, ਉਸੇ ਤਰ੍ਹਾਂ 5 ਪੈਰ 15 ਘੰਟੇ ਗੁਰੂ ਸਾਹਿਬ ਆਪਣਾ ਗੋਡਾ ਵੀ ਨਹੀਂ ਹਿਲਾਉਂਦੇ। ਪਠਨ ਹਮਨ ਮਨ ਕਰਬੋ ਧਿਆਨ, ਹਮਨ ਦਾ ਜਾਪ ਕਰਨਾ, ਧਿਆਨ ਉੱਥੇ ਹੀ ਲਾਣਾ, ਇਹ ਬੜਾ ਔਖਾ ਕੰਮ ਹੈ। ਪਹਿਲਾਂ ਸਰੀਰ ਸਾਧਣਾ ਪੈਂਦਾ। ਸਾਡੇ ਕੋਲ ਤਾਂ ਸਾਧ ਸੰਗਤ ਜੀ 2 ਘੰਟੇ ਅਖੰਡ ਪਾਠ ਸਾਹਿਬ ਦੀ ਰੌਲ ਲਾਣੀ ਹੋਵੇ, ਨਾ ਸਾਡੇ ਗੋਡੇ ਟਿਕਣ, ਨਾ ਸਾਡੀਆਂ ਅੱਖਾਂ ਟਿਕਣ, ਨਾ ਸਾਡੀ ਲੱਕ ਟਿਕੇ। ਕਦੀ ਤਾਂ ਘੜੀ ਵੱਲ ਵੇਖੀ ਜਾਣਾ, ਕਦੀ ਵੇਖਣਾ ਦਰਵਾਜ਼ੇ ਵੱਲ ਵੀ ਪਾਠੀ ਦੂਜਾ ਕਦੋਂ ਆਏਗਾ ਮੈਨੂੰ ਛੱਡਣ ਵਾਲਾ, ਤੇ ਗੋਡੇ ਕਦੀ ਐ ਨੂੰ ਕਦੀ ਐ ਨੂੰ, ਕਦੀ ਮਹਾਰਾਜ ਦੇ ਉੱਤੇ ਕੂਹਣੀ ਲਾ ਕੇ ਤੇ ਰੋ ਪਿੱਟ ਕੇ, ਤੇ ਸਾਡੇ ਕੋਲੋਂ 2 ਘੰਟੇ ਪਾਠ ਹੁੰਦਾ। ਪਰ ਇਹ ਧਿਆਨ ਇਕਾਗਰ ਕਿੱਥੇ ਹੋਣਾ ਹੈ ਸਾਡਾ? ਇਹ ਧੰਨ ਕਲਗੀਧਰ ਪਾਤਸ਼ਾਹ ਹਨ, ਉਹਨਾਂ ਨੇ ਆਪਣਾ ਸਰੀਰ ਵੀ ਸਾਧ ਲਿਆ। ਪਹਿਲਾਂ ਆਪਣਾ ਸਰੀਰ ਸਾਧਨਾ ਪੈਂਦਾ, ਫਿਰ ਮਨ ਸੱਧਦਾ। ਜੇ ਆਪਾਂ ਕਹੀਏ ਵੀ ਸਰੀਰ ਮੌਜਾਂ ਲਈ ਜਾਵੇ ਬਿਸਤਰਿਆਂ 'ਚ ਆਰਾਮ ਨਾਲ ਏਸੀ ਦੇ ਵਿੱਚ, ਤੇ ਮਨ ਵੀ ਫਿਰ ਏਸੀ 'ਚ ਜਾਏਗਾ। ਜਿੱਧਰ ਤਨ ਜਾਏਗਾ ਉਧਰ ਮਨ ਜਾਏਗਾ, ਜਿੱਧਰ ਮਨ ਜਾਏਗਾ ਉਧਰ ਤਨ ਜਾਏਗਾ। ਆਖੋ ਸਤਨਾਮ ਸ੍ਰੀ। ਤਨ ਮਨ ਦਾ ਆਪਸ 'ਚ ਬੜਾ ਸੰਬੰਧ ਹੈ। ਮਨ ਦੁਖੀ ਹੋਵੇ ਨਾ ਤੇ ਸਰੀਰ ਵੀ ਢਿੱਲਾ ਜਾ ਪੈ ਜਾਂਦਾ, ਜੇ ਸਰੀਰ ਢਿੱਲਾ ਹੋਵੇ ਤੇ ਮਨ ਦੁਖੀ ਹੋ ਜਾਂਦਾ। ਇਸ ਕਰਕੇ ਤਨ ਮਨ ਦੀ ਸਾਧਨਾ ਕਰਕੇ ਸਤਿਗੁਰੂ ਜੀ ਆਪਣੀਆਂ ਬਿਰਤੀਆਂ ਨੂੰ ਸਮਾਹਿਤ ਕਰਕੇ ਧਿਆਨ ਪਰਾਇਣ ਹੋ ਗਏ ਨੇ। ਇਹ ਸਾਡੇ ਲਈ ਹੋ ਰਹੇ ਨੇ ਕਿ ਮੇਰੇ ਖਾਲਸੇ ਨੂੰ ਵੀ ਸਾਧਨਾ ਕਰਨੀ ਆਵੇ, ਉਹ ਵੀ ਆਪਣੇ ਮਨ ਨੂੰ ਇਕਾਗਰ ਕਰਨਾ ਸਿੱਖੇ। ਏਕਲ ਕਰਤੇ ਗੁਰ ਭਗਵਾਨ, ਇਕੱਲੇ ਸਤਿਗੁਰੂ ਪਾਤਸ਼ਾਹੀ ਜਾਪ ਕਰੀ ਜਾਂਦੇ ਨੇ। ਦੋਹਰਾ ਏਕ ਆਰਾਧਨ ਚੰਡਕਾ ਭਏ ਪਰਾਇਣ ਧੀਰ, ਬੜੀ ਧੀਰਜ ਨਾਲ ਇੱਕ ਚੰਡੀ ਦੀ ਆਰਾਧਨਾ ਦੇ ਉੱਤੇ ਹੀ ਮਨ ਟਿਕਾ ਲਿਆ, ਉੱਥੇ ਹੀ ਚੰਡੀ ਤੇ ਧਿਆਨ ਦੇ ਪਰਾਇਣ ਹੋ ਗਏ ਨੇ। ਵਿਦ ਤਹਿ ਦੇਬੋ ਹੇਤ ਬਾਰ ਪੰਥ ਕਰਨ ਕੋ ਵੀਰ, ਕਿ ਇਹ ਚੰਡੀ ਪ੍ਰਗਟ ਹੋਵੇਗੀ, ਇਹ ਵਰ ਦੇਵੇਗੀ, ਤੇ ਸੂਰਬੀਰ ਬਹਾਦਰ ਯੋਧਿਆਂ ਦਾ, ਮਹਾਬਲੀਆਂ ਦਾ ਪੰਥ ਖਾਲਸਾ ਪ੍ਰਗਟ ਕਰਾਂਗੇ। ਉਹ ਸ਼ਕਤੀ ਉਹ ਖਾਲਸੇ ਦੇ ਅੰਦਰ ਸੰਚਾਰ ਕਰਾਂਗੇ। ਉਹ ਫਿਰ ਸ਼ਕਤੀ ਦੇ ਨਾਲ ਖਾਲਸਾ ਇਸ ਦੇਸ਼ ਦੇ ਵਿੱਚੋਂ ਜਮਨਾ ਮਲੇਸ਼ਾਂ ਪਾਪੀਆਂ ਦੁਸ਼ਟਾਂ ਦੀ ਜੜ ਪੁੱਟ ਕੇ ਧਰਮ ਦਾ ਰਾਜ ਕਾਇਮ ਕਰੇਗਾ। ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨਾ ਚਾਹੁੰਦੇ, ਧਰਮ ਦੀ ਰਾਖੀ ਵਾਸਤੇ ਇਹ ਜਾਪ ਆਰੰਭ ਕੀਤਾ ਹੈ। ਅੱਗੇ ਕਥਾ ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰਾਥ ਅਗੰਮ ਪੂਰਨ ਮੋਹਿ ਮਇਆ, ਅੰਧਕੂਪ ਮਹਾ ਭਿਆਨ ਨਾਨਕ ਪਾਰਿ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦੇ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾ।
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਨ ਸੇਵੰਦੇ ਗੁਰੂ ਪਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ